ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਸਵਾਗਤ ਹੈ। ਕਲਾਸ ਦੀ ਅਰੰਭਤਾ ਵਿੱਚ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸੋਮਵਾਰ ਸਾਡਾ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਹੈ। ਆਪ ਜੀ ਦੇ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਜਿਹੜੇ ਸਵਾਲ ਆਪ ਜੀ ਭੇਜਦੇ ਹੋ, ਇਹਨਾਂ ਸਵਾਲਾਂ ਦੇ ਉੱਤੇ ਪੈਨਲ ਮੈਂਬਰ ਆਪਸੀ ਵਿਚਾਰ ਵਟਾਂਦਰਾ ਕਰਕੇ ਇੱਕ ਸਹਿਮਤੀ ਬਣਾ ਲੈਂਦੇ ਹਨ। ਉਸੇ ਮੁਤਾਬਕ ਉਹਦੇ ਜਵਾਬ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ। ਸਵਾਲਾਂ ਦੇ ਜਵਾਬਾਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਿੱਖ ਰਹਿਤ ਮਰਿਆਦਾ, ਪੰਥ ਪ੍ਰਮਾਣਿਤ ਪੁਸਤਕਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਹੋਰ ਅਨੇਕਾਂ ਵਿਦਵਾਨਾਂ ਦੀਆਂ ਪੁਸਤਕਾਂ ਹਨ, ਜਿਨ੍ਹਾਂ ਤੋਂ ਅਸੀਂ ਸੇਧ ਗਾਹੇ ਬਗਾਹੇ ਲੈਂਦੇ ਰਹਿੰਦੇ ਹਾਂ। ਹਰ ਵਾਰੀ ਬੇਨਤੀ ਕਰਦੇ ਹਾਂ, ਜ਼ਰੂਰੀ ਨਹੀਂ ਹੈ ਕਿ ਸਾਡੇ ਇਹ ਜਵਾਬ ਦੇ ਨਾਲ ਸਵਾਲ ਕਰਤਾ ਦੀ ਪੂਰੀ ਸਹਿਮਤੀ ਹੋ ਜਾਏ ਜਾਂ ਤਸੱਲੀ ਹੋ ਜਾਏ। ਅਗਰ ਕੋਈ ਕਸਰ ਬਾਕੀ ਲੱਗਦੀ ਹੈ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਵਾਲ ਕੋਈ ਸਪਸ਼ਟ ਨਹੀਂ ਹੋਇਆ ਜਾਂ ਉੱਤਰ ਸਪਸ਼ਟ ਨਹੀਂ ਹੋਇਆ, ਤਾਂ ਉਹਦੇ ਦੁਬਾਰਾ ਵੀ ਪੁੱਛਿਆ ਜਾ ਸਕਦਾ ਹੈ। ਚੈਟ ਦੇ ਵਿੱਚ ਵੀ ਜਾਂ ਬਾਅਦ ਵਿੱਚ ਵੀ ਆਪਣਾ ਹੈਂਡ ਰੇਜ਼ ਕਰਕੇ ਵੀ ਸਵਾਲ ਦੁਬਾਰਾ ਪੁੱਛਿਆ ਜਾ ਸਕਦਾ ਹੈ। ਅੱਜ ਦਾ ਅਸੀਂ ਸਵਾਲ ਜਵਾਬ ਸੈਸ਼ਨ ਸ਼ੁਰੂ ਕਰਨ ਲੱਗੇ ਹਾਂ। ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਵੀਰ ਰਾਜਾ ਸਿੰਘ ਜੀ ਨਿਭਾਉਂਦੇ ਹਨ। ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਆਪ ਨੂੰ ਅਨਮਿਊਟ ਕਰ ਲੈਣ ਤੇ ਅਨਮਿਊਟ ਕਰਕੇ ਅੱਜ ਦਾ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀਰ ਰਾਜਾ ਸਿੰਘ ਜੀ, ਅੱਜ ਦਾ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो सारी संगत ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। तो ਅੱਜ जैसा ਵੀਰ ਜੀ ਦੱਸਿਆ, हर सोमवार सवाल जवाब ਦਾ ਪ੍ਰੋਗਰਾਮ ਚੱਲਦਾ। तो ਅੱਜ ਵੀ ਇਸ ਪੈਨਲ ਜਿਹੜਾ ਆਪ ਦੀ ਸੇਵਾ 'ਚ ਹਾਜ਼ਰ ਹੈ। ਸਭ ਤੋਂ ਪਹਿਲਾਂ ਪੈਨਲ ਮੈਂਬਰ ਆਪ ਜੀ ਨੂੰ ਫਤਿਹ ਸਾਂਝੀ ਕਰਨਗੇ, ਫਿਰ ਅਸੀਂ ਪ੍ਰੋਗਰਾਮ ਜਿਹੜਾ ਉਹ ਚਾਲੂ ਕਰਾਂਗੇ ਜੀ। ਹਾਂਜੀ, ਸਰਦਾਰ ਪ੍ਰਭ ਕੀਰਤਨ ਸਿੰਘ ਜੀ। ਸਾਹਿਬ ਪ੍ਰਭ ਕੀਰਤਨ ਸਿੰਘ ਜੀ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਐਮਪੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਿੱਕਰ ਸਿੰਘ ਜੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਤਜਿੰਦਰ ਸਿੰਘ ਸ਼ਾਇਦ ਅਜੇ ਜੁਆਇਨ ਨਹੀਂ ਕੀਤੇ ਜੀ, ਤੇ ਉਹ 10 ਮਿੰਟ ਬਾਅਦ ਪਹੁੰਚਣਗੇ। ਠੀਕ ਹੈ ਜੀ, ਸ਼ੁਕਰੀਆ। ਤੋ ਵੀਰ ਹਰਜੀਤ ਸਿੰਘ ਜੀ ਨੇ ਸਭ ਤੋਂ ਪਹਿਲਾਂ ਸੰਗਤ ਨਾਲ ਆਪਣੀ ਫਤਿਹ ਸਾਂਝੀ ਕੀਤੀ ਹੈ। ਤੋ ਸਤਸੰਗੀਓ, ਆਓ ਜਿਹੜੇ ਆਪ ਜੀ ਨੇ ਸਵਾਲ ਭੇਜੇ ਹਨ, ਤੋ ਉਹ ਸਵਾਲ ਜਿਹੜੇ ਨੇ ਵੱਖ-ਵੱਖ ਵਿਸ਼ਿਆਂ ਦੇ ਨੇ, ਔਰ ਹਰੇਕ ਵਿਸ਼ਾ ਹੀ ਬੜਾ ਦਿਲਚਸਪ ਹੁੰਦਾ, ਕਿਉਂਕਿ ਗੁਰਬਾਣੀ ਜਿਹੜੀ ਹੈ ਸਾਡੇ ਸਤਿਕਾਰਯੋਗ ਸਰ ਸੁਰਿੰਦਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਅਨੰਦਪੁਰ ਸਾਹਿਬ ਵਾਲੇ ਕਿਹਾ ਕਰਦੇ ਸਨ ਕਿ ਗੁਰਬਾਣੀ ਤਾਂ ਮਿਸ਼ਰੀ ਦੀ ਡਲੀ ਹੈ, ਜਿੱਧਰੋਂ ਮਰਜ਼ੀ ਚੱਖ ਲਓ ਤੁਹਾਨੂੰ ਸਵਾਦ ਆਏਗਾ, ਮਿਠਾਸ ਆਏਗੀ। ਤੋ ਇਸ ਕਰਕੇ ਜਿਤਨੇ ਵੀ ਸਵਾਲ ਆਪ ਜੀ ਭੇਜਦੇ ਹੋ ਗੁਰਬਾਣੀ ਬਾਰੇ, ਗੁਰ ਇਤਿਹਾਸ ਬਾਰੇ, ਤੋ ਸਾਰੇ ਬੜੇ ਦਿਲਚਸਪ ਹੁੰਦੇ। ਤੋ ਵੱਖ-ਵੱਖ ਵਿਸ਼ਿਆਂ ਦੇ ਅੱਜ ਵੀ ਜਿਹੜੇ ਆਏ ਸਵਾਲ ਨੇ, ਤੋ ਸਭ ਤੋਂ ਪਹਿਲਾ ਸਵਾਲ ਜਿਹੜਾ ਹੈ ਉਹ ਜਿਹੜਾ ਪੁੱਛਣ ਵਾਲੇ ਪੁੱਛਦੇ ਨੇ ਜੀ ਕਿ ਗੁਰਦੁਆਰਾ ਸਾਹਿਬ ਤੇ ਇਤਿਹਾਸਕ ਗੁਰਦੁਆਰਾ ਸਾਹਿਬ, ਕਿਉਂਕਿ ਕਈਆਂ ਆਪਾਂ ਦੇਖਦੇ ਹਾਂ ਵੀ ਗੁਰਦੁਆਰਾ ਤੇ ਸ਼ਬਦ ਹੁੰਦਾ ਉਹਦਾ ਇਤਿਹਾਸ ਨਾਲ ਸੰਬੰਧ ਹੁੰਦਾ, ਤੇ ਗੁਰਦੁਆਰਾ ਸਾਹਿਬ ਤਾਂ ਥਾਂ-ਥਾਂ ਤੇ ਸਤਿਗੁਰੂ ਦੀ ਕਿਰਪਾ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਵਸੇ ਨੇ ਉੱਥੇ ਗੁਰਦੁਆਰਾ ਸਾਹਿਬ ਤਾਂ ਜ਼ਰੂਰ ਹੁੰਦਾ। ਤੋ ਸਵਾਲ ਕਰਤਾ ਨੇ ਪੁੱਛਿਆ ਵੀ ਗੁਰਦੁਆਰਾ ਸਾਹਿਬ ਤੇ ਇਤਿਹਾਸਕ ਗੁਰਦੁਆਰਾ ਸਾਹਿਬ, ਕਿਆ ਇਹਨਾਂ 'ਚ ਕੋਈ ਅੰਤਰ ਵੀ ਹੁੰਦਾ ਹੈ ਜਾਂ ਨਹੀਂ ਹੁੰਦਾ? ਤਾਂ ਮੈਂ ਬੇਨਤੀ ਕਰ ਰਿਹਾ ਵੀਰ ਪ੍ਰਭ ਕੀਰਤਨ ਸਿੰਘ ਜੀ, ਆਪ ਜੀ ਕਿਰਪਾ ਕਰੋ ਤੇ ਇਹਦੇ ਬਾਰੇ ਸਾਨੂੰ ਥੋੜਾ ਵਿਸਥਾਰ ਸਹਿਤ ਦੱਸੋ, ਗੁਰਦੁਆਰਾ ਸਾਹਿਬ ਤੇ ਇਤਿਹਾਸਕ ਗੁਰਦੁਆਰਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਜੀ। ਸਵਾਲ ਹੈ ਜੀ ਕਿ ਗੁਰਦੁਆਰਾ ਤੇ ਇਤਿਹਾਸਕ ਗੁਰਦੁਆਰੇ ਸਾਹਿਬ ਦੇ ਵਿੱਚ ਕੀ ਫਰਕ ਹੁੰਦਾ ਹੈ? ਗੁਰਦੁਆਰਾ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਸਭ ਸ਼ਹਿਰਾਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਲੋਕਲ ਸੰਗਤ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ
ਐਸਟੈਬਲਿਸ਼ ਕੀਤੇ ਜਾਂਦੇ ਹਨ। ਗੁਰਦੁਆਰਾ ਉਹ ਸਥਾਨ ਹੈ ਜਿੱਥੇ ਜਿੱਥੇ ਸਿੱਖ ਸੰਗਤ ਦੇ ਰੂਪ ਵਿੱਚ ਇਕੱਠੇ ਹੁੰਦੇ ਹਨ, ਜਿੱਥੇ ਨਾਮ ਬਾਣੀ ਦਾ ਅਭਿਆਸ ਹੁੰਦਾ ਹੈ, ਸੇਵਾ ਸਿਮਰਨ ਸਤਸੰਗ ਦਾ ਅਭਿਆਸ ਹੈ। ਔਰ ਸਿੱਖ ਜਿਹੜਾ ਗੁਰਦੁਆਰੇ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗਦਾ ਹੈ, ਉਹਨਾਂ ਦੀ ਹਜ਼ੂਰੀ ਦਾ ਆਨੰਦ ਮਾਣਦਾ ਹੈ। ਵੈਸੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਜੋ ਕਨਸੈਪਟ ਹੈ ਸਾਡਾ, ਉਹਦੇ ਵਿੱਚ ਬਹੁਤ ਕੁਝ ਹੈ। ਉੱਥੇ ਭੁੱਖੇ ਲਈ ਲੰਗਰ ਹੈ, ਯਾਤਰੂ ਲਈ ਠਹਿਰਨ ਦੀ ਥਾਂ ਹੈ, ਬਿਮਾਰ ਦੀ ਤਿਮਾਰਦਾਰੀ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਵਿਦਿਆ ਦਾ ਦਾਨ ਵੀ ਮਿਲਦਾ ਹੈ। ਤੇ ਸਿੱਖ ਦੇ ਜੀਵਨ ਦੇ ਵਿੱਚ ਗੁਰਦੁਆਰਾ ਸਿਰਫ ਇੱਕ ਧਾਰਮਿਕ ਜਾਂ ਆਤਮਿਕ ਤਰੱਕੀ ਦਾ ਸਾਧਨ ਹੀ ਨਹੀਂ ਹੈ, ਸਗੋਂ ਇਹ ਸਾਡੇ ਸਮਾਜ ਦੇ ਜੀਵਨ ਦਾ ਵੀ ਇੱਕ ਮਹੱਤਵਪੂਰਨ ਅੰਗ ਹੈ। ਜਾਂ ਇਉਂ ਕਹਿ ਲਈਏ ਕਿ ਗੁਰਦੁਆਰੇ ਦੇ ਵਿੱਚ ਸਿੱਖ ਦੇ ਸਮਾਜਿਕ ਜੀਵਨ ਦਾ ਇੱਕ ਧੁਰਾ ਹੈ। ਤੋ ਇਹ ਉਹ ਸਥਾਨ ਹੈ ਜਿੱਥੇ ਬਿਨਾਂ ਜਾਤ ਪਾਤ ਦੇ, ਨਸਲ ਦੇ, ਧਰਮ ਦੇ, ਕੌਮੀਅਤ ਦੇ, ਲਿੰਗ ਜਾਂ ਰੰਗ ਦੇ ਵਿਤਕਰੇ ਦੇ ਨਾਲ ਇਸ ਤੋਂ ਬਿਨਾਂ ਕੋਈ ਵੀ ਆ ਜਾ ਸਕਦਾ ਹੈ। ਇੱਥੇ ਇਹੋ ਜਿਹਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਤੋ ਇੱਥੋਂ ਅਸੀਂ ਸ਼ਾਰਟ ਦੇ ਵਿੱਚ ਕਹਿ ਲਈਏ ਕਿ ਗੁਰਦੁਆਰਾ ਉਹ ਸਥਾਨ ਹੈ ਜਿੱਥੇ ਸਰੀਰਕ ਤੇ ਮਾਨਸਿਕ ਦੋਨੋਂ ਖੁਰਾਕ ਪ੍ਰਾਪਤ ਅਸੀਂ ਕਰ ਸਕਦੇ ਹਾਂ। ਤੇ ਜਿਹੜੀ ਉੱਥੇ ਮਰਿਆਦਾ ਫੋਲੋ ਕੀਤੀ ਜਾਂਦੀ ਹੈ, ਉਹਦੇ ਬਾਰੇ ਸਿੱਖ ਰਹਿਤ ਮਰਿਆਦਾ ਵਿੱਚ ਕਾਫੀ ਵਿਸਥਾਰ ਸਹਿਤ ਦਿੱਤਾ ਗਿਆ ਹੈ ਕਿ ਕੀ ਮਰਿਆਦਾ ਅਸੀਂ ਫੋਲੋ ਕਰਨੀ ਹੈ, ਕਿਵੇਂ ਉਹਨੂੰ ਆਰੰਭ ਤੋਂ ਲੈ ਕੇ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਰਾਤ ਨੂੰ ਸੁਖਾਸਨ ਤੱਕ ਪੂਰੀ ਮਰਿਆਦਾ ਸਾਨੂੰ ਦੱਸੀ ਗਈ ਹੈ ਕਿ ਕਿਹੜੇ ਕੰਮ ਅਸੀਂ ਕਰਨੇ ਹਨ, ਕਿਹੜੇ ਨਹੀਂ ਕਰਨੇ। ਤੋ ਇਹ ਤਾਂ ਉਹ ਗੁਰਦੁਆਰੇ ਦੀ ਗੱਲ ਹੈ ਜਿਹੜਾ ਸਾਡੇ ਧਾਰਮਿਕ, ਆਤਮਿਕ ਤੇ ਸਮਾਜਿਕ ਜੀਵਨ ਦਾ ਕੇਂਦਰ ਹੈ। ਇਹ ਇੱਕ ਉਹ ਜਗ੍ਹਾ ਹੈ ਜਿਸ ਤੋਂ ਬਿਨਾਂ ਸਿੱਖੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਹੋਰ ਧਰਮਾਂ ਵਿੱਚ ਸ਼ਾਇਦ ਇਹ ਮੁਮਕਿਨ ਹੋਵੇ ਕਿ ਇਨਸਾਨ ਆਪਣੇ ਧਾਰਮਿਕ ਸਥਾਨ ਤੋਂ ਬਿਨਾਂ ਵੀ ਧਰਮੀ ਬਣ ਸਕੇ, ਜਾਂ ਧਾਰਮਿਕ ਸਥਾਨਾਂ ਤੇ ਨਾ ਜਾ ਕੇ ਵੀ ਧਰਮੀ ਬਣਿਆ ਰਵੇ, ਉਹਦੀ ਆਤਮਿਕ ਤਰੱਕੀ ਹੋ ਜਾਵੇ। ਪਰ ਗੁਰਮਤ ਦੇ ਵਿੱਚ ਇਹ ਮੁਸ਼ਕਿਲ ਨਹੀਂ ਹੈ। ਇਹ ਮਤਲਬ ਬੜਾ ਮੁਸ਼ਕਿਲ ਹੈ ਕਿ ਇਹ ਐਸਾ ਹੋ ਸਕੇ। ਇਹੀ ਕਾਰਨ ਹੈ ਕਿ ਜਿੱਥੇ ਜਾ ਕੇ ਵੀ ਦੁਨੀਆ ਦੇ ਕਿਸੇ ਹਿੱਸੇ 'ਚ ਵੀ ਸਿੱਖਾਂ ਦੀ ਪੋਪੂਲੇਸ਼ਨ ਹੁੰਦੀ ਹੈ, ਤੇ ਜਦੋਂ ਕੁਝ ਕੁ ਘਰ ਬਣਦੇ ਹਨ ਤੇ ਉਹ ਗੁਰਦੁਆਰੇ ਐਸਟੈਬਲਿਸ਼ ਕਰ ਲੈਂਦੇ ਹਨ। ਤੇ ਸਾਰੀ ਦੁਨੀਆ ਦੇ ਵਿੱਚ ਸਾਨੂੰ ਇਸੇ ਕਰਕੇ ਹੀ ਛੋਟੀ ਤੋਂ ਛੋਟੀ ਥਾਂ ਦੇ ਉੱਤੇ ਵੀ ਸਾਨੂੰ ਗੁਰਦੁਆਰੇ ਮਿਲਦੇ ਹਨ। ਤੇ ਬਾਕੀ ਜਿਹੜੀ ਗੱਲ ਇਹਨਾਂ ਨੇ ਪੁੱਛੀ ਹੈ ਕਿ ਇਤਿਹਾਸਕ ਗੁਰਦੁਆਰੇ ਕਿਹੜੇ, ਤਾਂ ਪਹਿਲੀ ਤਾਂ ਕੈਟੇਗਰੀ ਇਤਿਹਾਸਕ ਗੁਰਦੁਆਰਿਆਂ ਦੀ ਉਹ ਹੈ ਜਿਹੜੇ ਸਾਡੇ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੇ ਗਏ ਹਨ। ਜਿਵੇਂ ਕਰਤਾਰਪੁਰ ਸਾਹਿਬ ਹੈ, ਗੋਇੰਦਵਾਲ ਸਾਹਿਬ ਹੈ, ਅੰਮ੍ਰਿਤਸਰ ਸਾਹਿਬ ਹੈ, ਤੇ ਹੋਰ ਬਹੁਤ ਸਾਰੇ ਸਥਾਨ ਹਨ। ਤਕਰੀਬਨ 10-12 ਸ਼ਹਿਰ ਹੀ ਗੁਰਦੁਆਰਿਆਂ ਨੂੰ ਕੇਂਦਰ ਬਣਾ ਕੇ ਸਤਿਗੁਰੂ ਜੀ ਨੇ ਐਸਟੈਬਲਿਸ਼ ਕੀਤੇ। ਔਰ ਉਹ ਗੁਰਦੁਆਰੇ ਜਿਹੜੇ ਨੇ ਉਹ ਸਿੰਪਲ ਹੀ ਇਤਿਹਾਸਕ ਗੁਰਦੁਆਰੇ ਨਹੀਂ, ਉਹ ਪੂਰੇ ਸ਼ਹਿਰਾਂ ਦੇ ਹੀ ਕੇਂਦਰ ਬਣ ਚੁੱਕੇ ਹਨ। ਕਿਉਂਕਿ ਸਤਿਗੁਰੂ ਜੀ ਨੇ ਜਿਹੜੀ ਸਾਨੂੰ ਟਾਊਨ ਪਲੈਨਿੰਗ ਦੀ ਜਿਹੜੀ ਉਹਨਾਂ ਦੀ ਫਿਲਾਸਫੀ ਸੀ, ਉਹਦੇ ਵਿੱਚ ਸਾਡੇ ਰਿਹਾਇਸ਼ ਦੇ ਸਥਾਨ ਦੇ ਕੇਂਦਰ ਦੇ ਵਿੱਚ ਗੁਰਦੁਆਰਾ ਸੀ। ਜਾਂ ਇਉਂ ਕਹਿ ਲਈਏ ਕਿ ਸਾਡੇ ਸਮਾਜਿਕ ਜੀਵਨ ਦੇ ਕੇਂਦਰ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਰੱਖਿਆ। ਉਸ ਤੋਂ ਬਾਅਦ ਉਹ ਸਥਾਨ ਹਨ ਜਿਨ੍ਹਾਂ ਥਾਵਾਂ ਤੇ ਗੁਰੂ ਸਾਹਿਬਾਨ ਦਾ ਨੇੜੇ ਦਾ ਸੰਬੰਧ ਰਿਹਾ, ਉਹਨਾਂ ਦੇ ਜਨਮ ਸਥਾਨ ਹਨ, ਜਿੱਥੇ ਉਹ ਰਹੇ, ਜਿਨ੍ਹਾਂ ਨੂੰ ਅਸੀਂ ਅਕਸਰ ਗੁਰੂ ਕੇ ਮਹਿਲ, ਸ਼ੀਸ਼ ਮਹਿਲ ਇਸ ਤਰ੍ਹਾਂ ਦੇ ਸਤਿਕਾਰਤ ਨਾਵਾਂ ਦੇ ਨਾਲ ਯਾਦ ਕਰਦੇ ਹਾਂ। ਜਿੱਥੇ ਉਹ ਸਤਸੰਗ ਲਗਾਉਂਦੇ ਰਹੇ, ਕਿਉਂਕਿ ਉਹ ਆਮ ਤੌਰ ਤੇ ਮੰਜੀਆਂ ਦੇ ਉੱਤੇ ਬੈਠ ਕੇ ਸਤਸੰਗ ਲਗਾਉਂਦੇ ਸਨ, ਤਾਂ ਉਹਨਾਂ ਦਾ ਨਾਮ ਆਮ ਤੌਰ ਤੇ ਮੰਜੀ ਸਾਹਿਬ ਹੈ। ਤੇ ਜਿੱਥੇ ਜੋਤੀ ਜੋਤ ਸਮਾਏ ਜਾਂ ਸ਼ਹੀਦੀ ਸਥਾਨ ਨੇ, ਇਸੇ ਤਰ੍ਹਾਂ ਹੀ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਜੋ ਵੀ ਥਾਂ ਨੇ, ਉਹ ਵਿਸ਼ੇਸ਼ ਸਥਾਨ ਰੱਖਦੇ ਹਨ ਸਾਡੇ ਗੁਰਦੁਆਰਿਆਂ ਦੇ ਵਿੱਚ। ਤੇ ਜਿਹੜੇ ਜਿਹੜੇ ਥਾਵਾਂ ਦੇ ਉੱਤੇ ਗੁਰੂ ਸਾਹਿਬ ਆਪਣੇ ਪ੍ਰਚਾਰ ਦੌਰਿਆਂ ਦੇ ਦੌਰਾਨ ਪਧਾਰੇ, ਜਿੱਥੇ ਜਿੱਥੇ ਵੀ ਗਏ ਤੇ ਉੱਥੇ ਉਹਨਾਂ ਨੇ ਨਿਵਾਸ ਕੀਤਾ, ਸੰਗਤ ਕੀਤੀ, ਸੰਗਤ ਨੂੰ ਸਿੱਖਿਆ ਦਿੱਤੀ। ਤਾਂ ਉਹ ਸਾਰੇ ਸਥਾਨਾਂ ਦੇ ਉੱਤੇ ਗੁਰਦੁਆਰੇ ਬਣੇ ਹੋਏ ਹਨ। ਬਹੁਤ ਸਾਰੇ ਗੁਰਦੁਆਰੇ ਛੋਟੀਆਂ ਸੰਗਤਾਂ, ਵੱਡੀਆਂ ਸੰਗਤਾਂ ਜਾਂ ਮੰਜੀ ਸਾਹਿਬ ਜਾਂ ਇਸ ਕਿਸਮ ਦੇ ਨਾਵਾਂ ਨਾਲ ਮਸ਼ਹੂਰ ਹਨ। ਤੇ ਉਹਨਾਂ ਦੇ ਨਾਮ ਵੀ ਗੁਰੂ ਸਾਹਿਬਾਨ ਦੇ ਨਾਵਾਂ ਦੇ ਨਾਲ ਸੰਬੰਧਿਤ ਮਿਲਦੇ ਹਨ। ਕਈ ਵਾਰੀ ਤਾਂ ਨਾਵਾਂ ਦੇ ਵਿੱਚ ਗੁਰੂ ਸਾਹਿਬ ਦਾ ਨਾਮ ਨਹੀਂ ਹੁੰਦਾ, ਪਰ ਸਾਨੂੰ ਪਤਾ ਲੱਗ ਜਾਂਦਾ ਹੈ। ਜਿਵੇਂ ਪੂਰਬ ਦੇ ਇਲਾਕੇ ਦੇ ਵਿੱਚ ਬੜੀ ਸੰਗਤ ਦਾ ਮਤਲਬ ਹੈ ਕਿ ਉੱਥੇ ਵੱਡੇ ਸਤਿਗੁਰੂ ਜੀ, ਉਹਨਾਂ ਦੀ ਭਾਸ਼ਾ ਦੇ ਵਿੱਚ ਵੱਡੇ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਆਏ।
ਤੇ ਛੋਟੀ ਸੰਗਤ ਉਹਨਾਂ ਥਾਵਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੌਰੇ ਕੀਤੇ। ਤੋ ਇਹ ਪੂਰੇ ਭਾਰਤ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਵਿਜ਼ਿਟਸ ਦੇ ਨਾਲ ਜਿਹੜੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ। ਬਹੁਤ ਸਾਰੇ ਛੋਟੇ-ਛੋਟੇ ਪਿੰਡਾਂ, ਛੋਟੇ-ਛੋਟੇ ਸ਼ਹਿਰਾਂ ਦੇ ਵਿੱਚ ਸਾਨੂੰ ਆਪ ਨੂੰ ਉਹਨਾਂ ਥਾਵਾਂ ਦੇ ਬਾਰੇ ਬਹੁਤ ਜ਼ਿਆਦਾ ਇਲਮ ਨਹੀਂ ਹੈ, ਤੇ ਜਦੋਂ ਕਦੀ ਪਤਾ ਲੱਗਦਾ ਹੈ ਜਾਓ ਤੇ ਫਿਰ ਹੈਰਾਨੀ ਹੁੰਦੀ ਹੈ ਕਿ ਇੰਨੀ ਇੰਪੋਰਟੈਂਟ ਜਗ੍ਹਾ ਇਤਿਹਾਸਕ ਸਾਡੇ ਵਾਸਤੇ ਹੈ ਤੇ ਸਾਡੀ ਸੰਗਤ ਇੱਥੇ ਬਹੁਤ ਘੱਟ ਆਉਂਦੀ ਹੈ। ਬਹੁਤ ਸਾਰੇ ਸਥਾਨ ਹਨ ਜਿਨ੍ਹਾਂ ਨੂੰ ਸਾਨੂੰ ਉਨੀ ਹੀ ਇੰਪੋਰਟੈਂਸ ਦੇਣ ਦੀ ਲੋੜ ਹੈ ਔਰ ਜਿਨ੍ਹਾਂ ਦੇ ਵਿੱਚ ਸਾਨੂੰ ਯਾਤਰਾਵਾਂ ਕਰਨ ਦੀ ਲੋੜ ਹੈ। ਅਸੀਂ ਕੇਵਲ ਕੁਝ ਕੁ ਥਾਵਾਂ ਨੂੰ ਹੀ ਇੱਕ ਕਿਸਮ ਨਾਲ, ਜਿਵੇਂ ਪੁਰਾਤਨ ਸਨਾਤਨ ਸਭਿਅਤਾ ਦੇ ਵਿੱਚ ਤੀਰਥ ਮੰਨੇ ਗਏ ਸਨ ਜੀ, ਉਹ ਸਟੇਟਸ ਦੇ ਦਿੱਤਾ ਹੈ। ਪਰ ਸਾਡੇ ਲਈ ਸਾਰੇ ਸਥਾਨ ਇਕੁਅਲੀ ਇੰਪੋਰਟੈਂਟ ਹਨ ਔਰ ਸਾਨੂੰ ਇਹਨਾਂ ਸਥਾਨਾਂ ਦੀ ਵੀ ਯਾਤਰਾ ਕਰਨੀ ਚਾਹੀਦੀ ਹੈ। ਫਿਰ ਕੁਝ ਥਾਵਾਂ ਇਹੋ ਜਿਹੀਆਂ ਹਨ ਜਿੱਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰੂ ਕਾਲ ਤੋਂ ਬਾਅਦ ਦੀਆਂ ਵੱਡੀਆਂ ਘਟਨਾਵਾਂ ਹੋਈਆਂ, ਜਿਵੇਂ ਜਿੱਥੇ ਛੋਟਾ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ ਹੋਇਆ, ਹੋਰ ਜਿੱਥੇ ਜੰਗ ਹੋਏ। ਅਸੀਂ ਮੋਹਾਲੀ ਦੇ ਵਿੱਚ ਰਹਿੰਦੇ ਹਾਂ। ਇਸ ਇਲਾਕੇ ਦੇ ਵਿੱਚ ਹੀ ਤਿੰਨ ਚਾਰ ਇੱਥੇ ਗੁਰਦੁਆਰੇ ਹਨ, ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਣਗੇ ਆਲੇ ਦੁਆਲੇ ਦੇ ਪਿੰਡਾਂ ਦੇ ਜੇ ਮਿਲਾ ਲਈਏ, ਜਿੱਥੇ ਛੋਟੇ-ਛੋਟੇ ਯੁੱਧ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵਿੱਚ ਜਾਂ ਉਸ ਤੋਂ ਬਾਅਦ, ਤੇ ਜਿੱਥੇ ਬਹੁਤ ਸਾਰੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸਾਡੇ ਇਲਾਕੇ 'ਚ ਉਹਨਾਂ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਕਿਹਾ ਜਾਂਦਾ ਹੈ। ਤੋ ਇਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਛੋਟੇ-ਛੋਟੇ ਸਥਾਨ ਸਾਡੇ ਉਹੋ ਜਿਹੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਹਨ ਜਿਨ੍ਹਾਂ ਤੇ ਸਾਨੂੰ ਜੈਨੂਇਨਲੀ ਬਹੁਤ ਮਾਣ ਹੋਣਾ ਚਾਹੀਦਾ, ਉਹ ਵੀ ਸਾਡੇ ਇਤਿਹਾਸਕ ਗੁਰਦੁਆਰੇ। ਇਸ ਤੋਂ ਬਾਅਦ ਭਗਤ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਵੀ ਬਹੁਤ ਸਾਰੀਆਂ ਥਾਵਾਂ ਤੇ ਗੁਰਦੁਆਰੇ ਉਸਾਰੇ ਗਏ ਹਨ ਔਰ ਉੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਵੀ ਹੁੰਦੀਆਂ ਹਨ। ਜਿਵੇਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਭਗਤ ਨਾਮਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਗੁਜ਼ਾਰੇ, ਜਾਂ ਵਾਰਾਣਸੀ ਦੇ ਵਿੱਚ ਕਬੀਰ ਜੀ ਦਾ ਹੈ ਤੇ ਰਵਿਦਾਸ ਜੀ ਦੇ ਸਥਾਨ ਹਨ, ਜਾਂ ਕਬੀਰ ਜੀ ਜਿੱਥੋਂ ਉੱਠ ਕੇ ਮਗਹਰ ਦੇ ਵਿੱਚ ਗਏ ਉੱਥੇ ਵੀ ਗੁਰਦੁਆਰਾ ਸਾਹਿਬ ਸਥਾਪਿਤ ਹੈ। ਇਹ ਵੀ ਸਾਡੇ ਬਹੁਤ ਇੰਪੋਰਟੈਂਟ ਸਥਾਨ ਹਨ ਜਿਨ੍ਹਾਂ ਦੇ ਨਾਲ ਸਾਨੂੰ ਪਿਆਰ ਹੋਣਾ ਚਾਹੀਦਾ ਹੈ। ਤੋ ਬਹੁਤ ਸਾਰੀਆਂ ਇਤਿਹਾਸਕ ਵਿਅਕਤੀਆਂ ਦੇ ਸ਼ਹੀਦੀ ਸਥਾਨ, ਜਿਵੇਂ ਪਾਕਿਸਤਾਨ ਦੇ ਵਿੱਚ ਹੁਣ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ, ਜਾਂ ਉਹ ਜੇਲ੍ਹਾਂ ਜਿਨ੍ਹਾਂ ਦੇ ਵਿੱਚ ਕੈਦਾਂ ਕੱਟੀਆਂ ਸਿੰਘਣੀਆਂ ਨੇ ਛੋਟੇ-ਛੋਟੇ ਬੱਚਿਆਂ ਦੇ ਨਾਲ ਮਨੂ ਦੇ ਸਮੇਂ ਦੇ ਉੱਤੇ, ਜਾਂ 20ਵੀਂ ਸਦੀ ਦੇ ਵਿੱਚ ਬਹੁਤ ਸਾਰੇ ਸਥਾਨ ਹਨ ਜਿੱਥੇ ਸਿੰਘਾਂ ਨੇ ਬੜੀ ਬਹਾਦਰੀ ਦੇ ਨਾਲ ਸ਼ਾਂਤਮਈ ਸਟਰਗਲ ਕਰਦਿਆਂ ਹੋਇਆਂ ਕੁਰਬਾਨੀਆਂ ਕੀਤੀਆਂ। ਉੱਥੇ ਵੀ ਉਹਨਾਂ ਦੀ ਯਾਦਾਂ ਦੇ ਵਿੱਚ ਗੁਰਦੁਆਰੇ ਬਣੇ ਹੋਏ ਹਨ। ਇਹ ਸਾਰੇ ਸਾਡੇ ਇਤਿਹਾਸਕ ਗੁਰਦੁਆਰਿਆਂ ਦਾ ਦਰਜਾ ਰੱਖਦੇ ਹਨ। ਇਹ ਠੀਕ ਹੈ ਕਿ ਜਿਹੜੇ ਗੁਰਦੁਆਰੇ ਗੁਰੂ ਸਾਹਿਬ ਨੇ ਆਪ ਐਸਟੈਬਲਿਸ਼ ਕੀਤੇ, ਬਣਾਏ, ਔਰ ਜਿਨ੍ਹਾਂ ਥਾਵਾਂ ਤੇ ਉਹ ਆਪ ਵਿਚਰੇ ਔਰ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰੀਆਂ, ਉਹਨਾਂ ਦੀ ਇੰਪੋਰਟੈਂਸ ਤਾਂ ਇੱਕ ਵਿਲੱਖਣ ਹਮੇਸ਼ਾ ਸਾਡੇ ਲਈ ਰਹੇਗੀ। ਪਰ ਇਸ ਦੇ ਬਾਵਜੂਦ ਇਤਿਹਾਸਕ ਗੁਰਦੁਆਰੇ ਅਗਰ ਅਸੀਂ ਕਹੀਏ ਤਾਂ ਬਹੁਤ ਸਾਰੇ ਹਨ। ਇਹ ਸਿੱਖਾਂ ਨੂੰ ਉਹਨਾਂ ਦੀ ਸੰਭਾਲ ਦੇ ਲਈ ਪਹਿਲਾ ਕੰਮ ਤਾਂ ਇਹ ਕਰਨ ਦੀ ਲੋੜ ਹੈ ਕਿ ਅਸੀਂ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਸਭ ਤੋਂ ਪਹਿਲੇ ਜਾਣਾ ਸ਼ੁਰੂ ਕਰੀਏ, ਕਿਉਂਕਿ ਜਦੋਂ ਤੱਕ ਅਸੀਂ ਜਾਵਾਂਗੇ ਨਹੀਂ, ਉਹ ਗੁਰਦੁਆਰੇ ਕਦੀ ਸੰਭਾਲੇ ਨਹੀਂ ਜਾਣਗੇ। ਜਿਹੜਾ ਸਾਡੇ ਵਿੱਚ ਚਲਨ ਹੋ ਗਿਆ ਹੈ, ਕੁਝ ਕੁ ਗਿਣਤੀ ਦੇ ਗੁਰਦੁਆਰਿਆਂ ਨੂੰ ਹੀ ਪਵਿੱਤਰ ਮੰਨ ਕੇ ਉੱਥੋਂ ਦੀਆਂ ਯਾਤਰਾਵਾਂ ਕੀਤੀਆਂ ਜਾਂਦੀਆਂ ਹਨ। ਕਈ ਤਾਂ ਇਤਿਹਾਸਕ ਛੱਡ ਕੇ ਮਿਥਿਹਾਸਕ ਹੀ ਹਨ, ਉੱਥੇ ਵੀ ਜਾਇਆ ਜਾਂਦਾ ਹੈ। ਪਰ ਸਾਨੂੰ ਜਿਹੜੇ ਇਤਿਹਾਸਕ ਸਥਾਨ ਹਨ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਾਡਾ ਇਤਿਹਾਸ ਉਦੋਂ ਤੱਕ ਹੀ ਜੀਵਿਤ ਰਹੇਗਾ ਜਦੋਂ ਤੱਕ ਅਸੀਂ ਇਤਿਹਾਸਕ ਗੁਰਦੁਆਰਿਆਂ ਦੀ ਸੰਭਾਲ ਕਰਾਂਗੇ। ਆਸ ਹੈ ਵੀਰ ਜੀ ਨੂੰ ਜੋ ਉਹਨਾਂ ਦਾ ਪ੍ਰਸ਼ਨ ਸੀ ਜਵਾਬ ਮਿਲ ਗਿਆ ਹੋਵੇਗਾ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸਕ ਸਥਾਨਾਂ ਦਾ ਵਿਸ਼ੇਸ਼ ਸਥਾਨ ਹੈ। ਵੀਰ ਜੀ ਨੇ ਬਹੁਤ ਵਿਸਥਾਰ ਸਹਿਤ ਕੇਵਲ ਸਵਾਲ ਦਾ ਉੱਤਰ ਨਹੀਂ ਦਿੱਤਾ, ਪਰੰਤੂ ਗੁਰਦੁਆਰਾ ਸਾਹਿਬਾਨ ਔਰ ਖਾਸ ਕਰਕੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਬਾਰੇ ਸਾਨੂੰ ਕਾਫੀ ਜਾਣਕਾਰੀ ਦਿੱਤੀ ਹੈ। ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਜਾਣਾ ਚਾਹੀਦਾ, ਕਿਉਂਕਿ ਇਹ ਸਾਡੇ ਸਾਹਮਣੇ ਜਿਉਂਦਾ ਜਾਗਦਾ ਇਤਿਹਾਸ ਹੈ। ਤੋ ਕਹਿੰਦੇ ਨੇ ਸੁਣਨ ਦੇ ਨਾਲ, ਦੇਖਣ ਨਾਲ ਤੇ ਪੜ੍ਹਨ ਨਾਲ। ਤੋ ਪੜ੍ਹਨ ਵਾਲੀ ਗੱਲ ਜਿਹੜੀ ਹੈ ਉਹ ਕਈ ਵਾਰੀ ਬੰਦਾ ਜਲਦੀ ਵਿਸਰ ਜਾਂਦੀ ਜਾਂ ਪੂਰੀ ਨਹੀਂ ਹੁੰਦੀ, ਤੇ ਜਿਹੜੀ ਆਪਾਂ ਗੱਲ ਸੁਣ ਲਈਏ ਉਹ ਕਾਫੀ ਯਾਦ ਰਹਿੰਦੀ, ਪਰ ਜਿਹੜੀ ਚੀਜ਼ ਦੇਖ ਲਈਏ ਉਹਦੀ ਮਨ ਵਿੱਚ ਛਾਪ ਬੈਠ ਜਾਂਦੀ ਹੈ। ਤੋ ਬਿਲਕੁਲ ਦਰੁਸਤ ਕਿਹਾ ਕਿ ਸਾਨੂੰ ਇਤਿਹਾਸਕ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਦਰਸ਼ਨ ਕਰਨੇ ਚਾਹੀਦੇ ਨੇ ਔਰ ਉਹਨਾਂ ਦੀ ਸੇਵਾ ਸੰਭਾਲ ਜਿਹੜੀ ਉਹ ਕਰਨੀ ਚਾਹੀਦੀ ਹੈ। ਇਹਦੇ ਨਾਲ ਹੀ ਸਿੱਖ ਪੰਥ ਜਿਹੜਾ ਹੈ ਉਹ ਇਹਨਾਂ ਇਤਿਹਾਸਕ ਸਥਾਨਾਂ ਦੇ ਰਾਹੀਂ ਆਪਣੇ ਇਤਿਹਾਸ ਨਾਲ ਜੁੜਿਆ ਰਹੇਗਾ, ਗੁਰਬਾਣੀ ਨਾਲ ਜੁੜਿਆ ਰਹੇਗਾ। ਬਾਕੀ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਹੈ ਉੱਥੇ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵੀ ਇਹ ਮਲਟੀ ਟਾਸਕ, ਉੱਥੇ ਮਲਟੀਪਰਪਜ਼ ਸਾਡੇ ਜਿਹੜੇ ਪ੍ਰੋਜੈਕਟਸ
ਚੱਲਦੇ ਨੇ ਔਰ ਚੱਲਣੇ ਚਾਹੀਦੇ ਨੇ ਹਰ ਗੁਰਦੁਆਰਾ ਸਾਹਿਬ ਵਿੱਚ। ਔਰ ਇਹਨਾਂ ਗੁਰਦੁਆਰਾ ਸਾਹਿਬਾਨ ਕਰਕੇ ਹੀ ਅਸੀਂ ਦੇਖਦੇ ਹਾਂ ਕਿ ਅੱਜ ਵਰਲਡ ਵਾਈਡ ਦੇਸ਼ ਦੇ ਕਿਸੇ ਵੀ ਸੰਸਾਰ ਦੇ ਕਿਸੇ ਵੀ ਆਪਾਂ ਕੋਨੇ ਚਲੇ ਜਾਂਦੇ ਹਾਂ, ਜਿੱਥੇ ਥੋੜੀ ਜਿਹੀ ਵਸੋਂ ਸਿੱਖਾਂ ਦੀ ਹੈਗੀ ਹੈ, ਉੱਥੇ ਵੀ ਗੁਰਦੁਆਰਾ ਸਾਹਿਬ ਜਿਹੜਾ ਉਹ ਤਾਮੀਰ ਹੋਇਆ ਹੈ। ਔਰ ਇਹਦੇ ਗੁਰਦੁਆਰਾ ਸਾਹਿਬ ਇੱਕ ਐਸੀ ਇੰਸਟੀਟਿਊਸ਼ਨ ਹੈ ਜਿਹੜੀ ਸਾਨੂੰ ਗੁਰਬਾਣੀ ਦੇ ਨਾਲ ਔਰ ਗੁਰੂ ਸਾਹਿਬਾਨ ਦੇ ਨਾਲ ਸਾਨੂੰ ਜੋੜੀ ਰੱਖਦੀ ਹੈ, ਔਰ ਇਸ ਪਰਮਾਰਥ ਦੇ ਰਸਤੇ ਤੇ ਸਾਨੂੰ ਚੱਲਣ ਦੀ ਹਰ ਵੇਲੇ ਹਰ ਰੋਜ਼ ਪ੍ਰੇਰਨਾ ਮਿਲਦੀ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਹੁਣ ਜਿਹੜੀ ਨਵੀਂ ਪੀੜ੍ਹੀ ਯੰਗ ਜਨਰੇਸ਼ਨ ਹੈ, ਗੁਰਦੁਆਰਾ ਸਾਹਿਬਾਨ ਵਿੱਚ ਉਹਨਾਂ ਦੀ ਗਿਣਤੀ ਘੱਟ ਹੈ। ਉਹਦੇ ਲਈ ਕੀ ਕਰੀਏ? ਮੈਂ ਤਾਂ ਸਮਝਣਾ ਵੀ ਇਹ ਹਰੇਕ ਸਿੱਖ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਆਖੀਏ ਵੀ ਤੁਸੀਂ ਗੁਰਦੁਆਰਾ ਸਾਹਿਬਾਨ ਜਾਓ, ਕਿਉਂਕਿ ਗੁਰਦੁਆਰਾ ਸਾਹਿਬਾਨ ਜਾਣ ਦੇ ਨਾਲ ਜਿਹੜਾ ਉੱਥੇ ਦਾ ਐਟਮੋਸਫੀਅਰ ਹੈ ਉਹ ਸਾਡੇ ਮਨ ਤੇ ਜਿਹੜਾ ਪ੍ਰਭਾਵ ਪਾ ਸਕਦਾ ਹੈ, ਉਹ ਘਰ 'ਚ ਬੈਠ ਕੇ ਗੱਲਾਂ ਕਰਕੇ ਸ਼ਾਇਦ ਉਹ ਨਾ ਹੋ ਸਕਦਾ ਹੋਵੇ। ਤਾਂ ਆਓ ਸਤਸੰਗੀਓ, ਲੋੜ ਹੈ ਕਿ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਗੁਰਦੁਆਰਾ ਸਾਹਿਬਾਨ ਬਾਰੇ ਜਾਣੂ ਕਰਾਈਏ। ਜਿਵੇਂ ਅੱਜ ਗੱਲ ਆਈ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੀ ਮਹੱਤਤਾ ਦੱਸੀਏ, ਔਰ ਜਿਹੜਾ ਵੀ ਸਾਡੇ ਗਲੀ ਮੁਹੱਲੇ ਨਗਰ ਵਿੱਚ ਗੁਰਦੁਆਰਾ ਸਾਹਿਬਾਨ ਨੇ ਉੱਥੇ ਆਪਣੇ ਬੱਚਿਆਂ ਨੂੰ ਜਾਣ ਦੀ ਆਦਤ ਪਾਈਏ, ਇਹ ਬੇਨਤੀ ਹੈ। ਤੋ ਫਿਰ ਇੱਕ ਵਾਰੀ ਫਿਰ ਮੈਂ ਵੀਰ ਜੀ ਦਾ ਧੰਨਵਾਦ ਕਰਦਾ। ਤੋ ਸਤਸੰਗੀਓ, ਮੈਂ ਬੇਨਤੀ ਕਰਦਿਆਂ ਕਿ ਇੱਕ ਬੇਨਤੀ ਜਿਹੜੀ ਪਿਛਲੇ ਹਫ਼ਤੇ ਵੀ ਕੀਤੀ ਸੀ, ਅੱਜ ਮੈਂ ਫੇਰ ਕਰ ਰਿਹਾ ਕਿ ਸੰਗਤ ਵਿੱਚ ਜਿਤਨੇ ਵੀ ਸਾਡੇ ਵੀਰ ਭੈਣਾਂ ਬੈਠੇ ਨੇ, ਸਾਰਿਆਂ ਵਿੱਚ ਪੋਟੈਂਸ਼ੀਅਲ ਹੈ ਕਿ ਉਹ ਆ ਕੇ ਇੱਥੇ ਇਸ ਸਟੇਜ ਤੇ ਆਪਣੇ ਵਿਚਾਰ ਜਿਹੜੇ ਨੇ ਰੱਖ ਸਕਦੇ ਨੇ। ਤੇ ਮੈਂ ਇਹ ਬੇਨਤੀ ਕਰਾਂਗਾ ਇੱਕ ਵਾਰੀ ਫਿਰ ਅੱਜ ਕਿ ਕਿਰਪਾ ਕਰੋ, ਤੁਸੀਂ ਕੋਈ ਟੌਪਿਕ ਲੈ ਲਓ, ਜਾਂ ਟੌਪਿਕ ਲੈਣ ਲਈ ਕੋਈ ਤੁਸੀਂ ਸਮਝੋ ਕੋਈ ਨਾਲ ਸਲਾਹ ਮਸ਼ਵਰਾ ਕਰਨਾ ਹੋਵੇ ਤੇ ਕਿਸੇ ਵੀ ਪੈਨਲ ਮੈਂਬਰ ਨਾਲ ਆਪ ਜੀ ਸੰਪਰਕ ਕਰਕੇ ਟੌਪਿਕ ਲਓ, ਉਹਦੇ ਤੇ ਆਪਣਾ ਸਕ੍ਰਿਪਟ ਬਣਾਓ, ਔਰ ਕੋਸ਼ਿਸ਼ ਕੀਤੀ ਜਾਏ ਕਿ ਆਪਾਂ 2-2.5 ਸਾਲ ਤੇ ਨਿਕਲ ਹੀ ਗਏ ਨੇ, ਤੇ 2.5 ਸਾਲਾਂ 'ਚ ਤੇ ਕਾਫੀ ਜ਼ਿਆਦਾ ਬੁਲਾਰੇ ਜਿਹੜੇ ਨੇ ਇੱਥੇ ਸਟੇਜ ਤੇ ਆਉਣੇ ਚਾਹੀਦੇ ਸਨ। ਤੇ ਆਓ, ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਤੋ ਸੰਗਤ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ, ਕਿਉਂਕਿ ਗਾਇਬ ਗਏ ਜਿਨ੍ਹਾਂ ਵੀਰਾਂ ਭੈਣਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਉਹਨਾਂ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ। ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਕੋਈ ਨਾ ਕੋਈ ਟੌਪਿਕ ਗੁਰਬਾਣੀ ਬਾਰੇ, ਇਤਿਹਾਸ ਬਾਰੇ, ਮਰਿਆਦਾ ਬਾਰੇ, ਜਾਂ ਜਨਰਲ ਸਾਡੀ ਜਿਹੜੀ ਰਹਿਣੀ ਪੈਣੀ ਉਹਦੇ ਬਾਰੇ ਤਿਆਰ ਕਰਕੇ ਸੰਗਤ ਨਾਲ ਸਾਂਝੇ ਕਰੋ। ਇਹ ਮੇਰੀ ਬੇਨਤੀ ਪ੍ਰਵਾਨ ਕਰਨਾ। ਔਰ ਮੈਂ ਬੇਨਤੀ ਕਰਾਂਗਾ ਵੀ ਜਿਨ੍ਹਾਂ ਦੇ ਮਨ 'ਚ ਵੀ ਇੱਛਾ ਹੈ ਉਹ ਘੱਟੋ ਘੱਟ ਆਪਣੀ ਕਨਸੈਂਟ ਜਿਹੜੀ ਹੈ ਉਹ ਜ਼ਰੂਰ ਦੇਣ, ਫਿਰ ਅਸੀਂ ਆਪੇ ਉਹਨਾਂ ਨੂੰ ਪਰਸੂ ਕਰਦੇ ਰਹਾਂਗੇ। ਧੰਨਵਾਦ। ਆਓ ਜੀ ਆਪਾਂ ਅਗਲੇ ਸਵਾਲ ਵੱਲ ਚੱਲੀਏ। ਅਗਲਾ ਸਵਾਲ ਜਿਹੜਾ ਗੁਰਬਾਣੀ ਨਾਲ ਸੰਬੰਧਿਤ ਹੈ, ਕਿਉਂਕਿ ਗੁਰਬਾਣੀ ਜਿਸ ਵੇਲੇ ਸਹਿਜ ਪਾਠ ਕਰਦੇ ਹਾਂ ਤਾਂ ਅਕਸਰ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਜਿੰਨਾ ਚਿਰ ਗੁਰਬਾਣੀ ਦੀ ਪ੍ਰੋਪਰ ਪ੍ਰੋਨਾਊਂਸੀਏਸ਼ਨ, ਠੀਕ ਉਚਾਰਨ ਨਹੀਂ, ਔਰ ਨੰਬਰ 2 ਠੀਕ ਵਿਸ਼ਰਾਮ ਪੰਕਚੁਏਸ਼ਨ ਨਹੀਂ ਹੈ, ਉਹਨਾਂ ਚਿਰ ਅਰਥਾਂ ਦੇ ਸਪਸ਼ਟ ਹੋਣ 'ਚ ਕਾਫੀ ਡਿਫਿਕਲਟੀ ਹੁੰਦੀ ਹੈ। ਤੋ ਗੁਰਬਾਣੀ ਨੂੰ ਸਹਿਜੇ ਸਮਝਣ ਲਈ ਸਾਨੂੰ ਉਚਾਰਨ ਤੇ ਇਹ ਜਿਹੜਾ ਵਿਸ਼ਰਾਮ ਲੱਗਣਾ, ਜਿਹੜਾ ਪੰਕਚੁਏਸ਼ਨ ਔਰ ਉਹਦੀ ਗ੍ਰਾਮਰ ਹੈ, ਉਹਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਤੋ ਸਵਾਲਕਰਤਾ ਨੇ ਪੁੱਛਿਆ ਜੀ, ਵਿਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਇਹ ਜਿਹੜਾ ਹੈਗਾ ਸ਼ਬਦ ਦੀਆਂ ਤੁਕਾਂ ਨੇ, ਇਹਨਾਂ ਵਿੱਚ ਵਿਸ਼ਰਾਮ ਕਿੱਥੇ ਲੱਗਦਾ ਹੈ ਤੇ ਇਸ ਤੁਕ ਦਾ ਭਾਵ ਕੀ ਹੈ? ਤੋ ਮੈਂ ਬੇਨਤੀ ਕਰ ਰਿਹਾ ਵੀਰ ਕੇਕਰ ਸਿੰਘ ਜੀ, ਅਨਮਿਊਟ ਕਰ ਲਓ ਜੀ, ਔਰ ਸੰਗਤ ਨੂੰ ਇਹ ਦੱਸੋ ਕਿ ਇਸ ਤੁਕ ਦੇ ਵਿੱਚ ਵਿਸ਼ਰਾਮ ਕਿੱਥੇ ਲੱਗਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਜੀ। हाँ वीर जी, जो विषय अधीन शब्द आया है, शब्द का एक पद है केवल, ते ये जो शब्द है ये राग सूही महला पंजवां घर सतवां दे अधीन ते ये 10वां शब्द है। 10वें शब्द का ये चौथा पदा है। 4 पदियां का शब्द है ते ये आखिरी पदा है। केवल 2 पंक्तियां का यह पदा है। ते इहदा पहला आपां जो मूल पाठ है वो करते हैं जी। ज्ञान ध्यान किश कर्म न जाना, सार न जाना तेरी, सब ते बड़ा सतगुर नानक, जैन कल राखी मेरी।
ਇਹਦੇ ਨਾਲ ਹੀ ਇੱਕ ਮਿਲਦਾ ਜੁਲਦਾ ਹੋਰ ਵੀ ਸ਼ਬਦ ਹੈ ਪੰਜਵੇਂ ਪਾਤਸ਼ਾਹ ਦਾ, ਉਹਦੀ ਵੀ ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ। ਉਹ ਵੀ 2 ਪੰਕਤੀਆਂ ਦਾ ਹੀ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਕਈ ਵਾਰੀ ਸਾਨੂੰ ਇੱਕ ਸ਼ਬਦ ਦੇਖਣਾ ਹੁੰਦਾ ਤੇ ਅਸੀਂ ਦੂਜੇ ਤੇ ਚਲੇ ਜਾਂਦੇ ਹਾਂ। ਸੋ ਪਹਿਲਾਂ ਆਪਾਂ ਜੋ ਭਾਈ ਸਾਹਿਬ ਦਾ ਸਵਾਲ ਹੈ ਉਹਨੂੰ ਵਿਚਾਰਦੇ ਹਾਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਪਹਿਲਾ ਜੋ ਵਿਸ਼ਰਾਮ ਹੈ ਉਹ ਕਰਮ ਨਾ ਜਾਣਾ, ਜਾਣਾ ਤੇ ਲੱਗਣਾ ਹੈ ਜੀ। ਤੇ ਦੂਸਰਾ ਵਿਸ਼ਰਾਮ ਹੈ, ਇੱਕ ਤਾਂ 2 ਡੰਡੀਆਂ ਹੁੰਦੀਆਂ, ਉਹ ਤਾਂ ਮੇਨ ਵਿਸ਼ਰਾਮ, ਵੱਡਾ ਵਿਸ਼ਰਾਮ ਉਹ ਤਾਂ ਲੱਗੇ ਹੀ ਹੋਇਆ। ਤੇ ਅੱਗੇ ਹੈ ਜੀ ਸਭ ਤੇ ਵੱਡਾ ਸਤਿਗੁਰ ਨਾਨਕ, ਨਾਨਕ ਤੇ ਫਿਰ ਵਿਸ਼ਰਾਮ ਲੱਗਣਾ ਹੈ ਜੀ। ਸਭ ਤੇ ਵੱਡਾ ਸਤਿਗੁਰ ਨਾਨਕ, ਇੱਥੇ ਛੋਟਾ ਵਿਸ਼ਰਾਮ ਲੱਗਣਾ ਹੈ ਜੀ, ਜਿਹਨੂੰ ਅਸੀਂ ਕੌਮਾ ਵੀ ਕਹਿ ਦਿੰਦੇ ਹਾਂ। ਅੱਗੇ ਹੈ ਜੀ ਜਿਨ ਜਿਸ ਨੇ ਕੱਲ ਰਾਖੀ ਮੇਰੀ, ਜੇ ਜਿਨ ਦੇ ਨਾਲ ਰਾਖੀ ਆ ਜਾਂਦਾ ਫਿਰ ਵਿਸ਼ਰਾਮ ਜਿਨ ਤੇ ਨਹੀਂ ਲੱਗਣਾ ਸੀ, ਕਿਉਂਕਿ ਨਾਲ ਹੀ ਕਿਰਿਆ ਆ ਜਾਣੀ ਸੀ। ਹੁਣ ਜਿਹੜੀ ਕਿਰਿਆ ਹੈ ਉਹ ਅੱਗੇ ਚਲੀ ਗਈ ਹੈ, ਰਾਖੀ ਅੱਗੇ ਚਲੀ ਗਈ ਹੈ, ਜਿਨ ਕੱਲ ਰਾਖੀ ਮੇਰੀ, ਇਸ ਕਰਕੇ ਛੋਟਾ ਵਿਸ਼ਰਾਮ ਇੱਕ ਜਿਨ ਤੇ ਵੀ ਲੱਗਣਾ ਹੈ। ਇਹਦੇ ਵਿੱਚ 3 ਵਿਸ਼ਰਾਮ ਲੱਗਣੇ ਆ। ਪਹਿਲਾ ਵਿਸ਼ਰਾਮ ਨਾ ਜਾਣਾ, ਜਾਣਾ ਤੇ ਲੱਗਣਾ ਹੈ ਜੀ। ਅੱਗੇ ਦੂਜਾ ਵਿਸ਼ਰਾਮ ਛੋਟਾ ਵਿਸ਼ਰਾਮ ਕੌਮਾ ਸਤਿਗੁਰ ਨਾਨਕ, ਨਾਨਕ ਤੇ ਲੱਗਣਾ ਹੈ ਜੀ। ਤੀਜਾ ਛੋਟਾ ਵਿਸ਼ਰਾਮ ਕੌਮਾ ਜਿਨ ਜਿਸ ਨੇ, ਜਿਨ ਤੇ ਲੱਗਣਾ ਹੈ ਜੀ। ਤੇ ਜੋ ਇਹਦਾ ਅਰਥ ਭਾਵ ਹੈ ਉਹ ਵੀ ਬੜਾ ਸਪਸ਼ਟ ਹੈ। ਇਹਦੇ ਵਿੱਚ ਜਿਹੜਾ ਨਾ ਜਾਣਾ ਇਹ ਇੱਕ ਦੇਹਲੀ ਦੀਪਕ ਹੈ। ਜਦੋਂ ਅਸੀਂ ਇਹਦਾ ਅਰਥ ਕਰਦੇ ਹਾਂ, ਵਿਚਾਰ ਕਰਦੇ ਹਾਂ, ਤਾਂ ਗਿਆਨ ਨਾ ਜਾਣਾ, ਧਿਆਨ ਨਾ ਜਾਣਾ, ਕਿਛ ਕਰਮ ਨਾ ਜਾਣਾ, ਇਹ ਨਾ ਜਾਣਾ ਸਾਰਿਆਂ ਦੇ ਨਾਲ ਹੀ ਲੱਗਦਾ। ਨਾ ਮੈਂ ਗਿਆਨ ਜਾਣਦਾ ਹਾਂ, ਨਾ ਮੈਂ ਧਿਆਨ ਜਾਣਦਾ ਹਾਂ, ਨਾ ਕਿਛ ਕਰਮ ਹੀ ਜਾਣਦਾ ਹਾਂ। ਭਾਵ ਗਿਆਨ ਕੀ ਹੈ, ਧਿਆਨ ਕੀ ਹੈ, ਤੇ ਜਿਹੜਾ ਕਰਮ ਹੈ ਕੋਈ ਧਰਮ ਕਰਮ ਉਹ ਵੀ ਮੈਂ ਨਹੀਂ ਜਾਣਦਾ ਹਾਂ। ਸਾਰ ਨਾ ਜਾਣਾ ਤੇਰੀ, ਤੇਰੀ ਸਾਰ, ਤੇਰੀ ਕਦਰ ਕੀਮਤ। ਇਹ ਸ਼ਬਦ ਜਿਹੜਾ ਕਦਰ ਕੀਮਤ ਅਸੀਂ ਆਮ ਤੌਰ ਤੇ ਇਕੱਠਾ ਵਰਤ ਲੈਂਦੇ ਹਾਂ। ਮੈਂ ਤੇਰੀ ਕੀਮਤ, ਮੈਂ ਤੇਰੀ ਸਾਰ ਵੀ ਨਹੀਂ ਜਾਣਦਾ ਹਾਂ, ਭਾਵ ਮੈਂ ਕੁਝ ਵੀ ਨਹੀਂ ਜਾਣਦਾ ਹਾਂ। ਗੁਰੂ ਸਾਹਿਬ ਸਾਰਾ ਕੁਝ ਜਾਣਦੇ ਹੋਏ ਫਿਰ ਵੀ ਨਿਮਰਤਾ ਭਾਵ ਵਿੱਚ ਕਹਿ ਰਹੇ ਹਨ, ਹੇ ਪ੍ਰਮਾਤਮਾ ਜੀ, ਹੇ ਅਕਾਲ ਪੁਰਖ ਜੀ, ਮੈਂ ਤਾਂ ਕੁਝ ਵੀ ਨਹੀਂ ਜਾਣਦਾ ਹਾਂ। ਤੇ ਅੱਗੇ ਬੇਨਤੀ ਕਰਦੇ ਹਨ, ਸਭ ਤੇ ਵੱਡਾ ਸਤਿਗੁਰ ਨਾਨਕ। ਜਦੋਂ ਤੁਹਾਡੀ ਕਿਰਪਾ ਹੋਈ, ਜਦੋਂ ਤੁਸੀਂ ਮੇਰੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਆਪਣੀ ਨਜ਼ਰ ਕੀਤੀ, ਫਿਰ ਸਭ ਤੇ ਵੱਡਾ ਸਤਿਗੁਰ ਨਾਨਕ, ਤੁਸੀਂ ਮੈਨੂੰ ਸਤਿਗੁਰੂ ਨਾਨਕ ਦੇ ਵਿੱਚ ਗੁਰੂ ਮਿਲਾਇਆ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ੍ਹਾਂ ਨੇ, ਇੱਥੇ ਜਿਨ ਇੱਕ ਵਚਨ ਹੈ ਨੰਨੇ ਨੂੰ ਸਿਹਾਰੀ ਵਾਲਾ, ਜਿਨ੍ਹਾਂ ਨੇ, ਜਿਸ ਨੇ ਕੱਲ ਰਾਖੀ ਮੇਰੀ, ਮੇਰੀ ਇੱਜ਼ਤ, ਮੇਰੀ ਲੱਜਿਆ, ਮੇਰਾ ਮਨੋਬਲ, ਮੇਰੀ ਸ਼ਕਤੀ। ਜਿਹੜਾ ਕਾਲਾ ਇਹਦੇ ਕਈ ਅਰਥ ਬਣਦੇ ਆ ਜੀ। ਤੇ ਆਪਾਂ ਲੱਜਿਆ ਵੀ ਕਹਿ ਸਕਦੇ ਹਾਂ, ਮਨੋਬਲ ਵੀ ਹੈ, ਸ਼ਕਤੀ ਵੀ ਹੈ। ਤੇ ਕੱਲ ਮੈਨੇ ਮਨੋਬਲ, ਮਨੋ ਸ਼ਕਤੀ, ਉਹਨਾਂ ਨੇ ਮੈਨੂੰ ਬਚਾ ਲਈ, ਮੇਰਾ ਮਨੋਬਲ ਗਿਰਨ ਨਹੀਂ ਦਿੱਤਾ। ਤੇ ਇਸ ਕਰਕੇ ਜਿਹੜਾ ਦੂਸਰਾ ਪਦਾ ਹੈ ਉਹਦੀ ਵੀ ਤਕਰੀਬਨ ਇਸ ਪਦੇ ਦੇ ਨਾਲ ਮੇਲ ਖਾਂਦਾ ਹੈ। ਉਹ ਵੀ ਆਪਾਂ ਵਿਚਾਰ ਲੈਂਦੇ ਹਾਂ ਜੀ, ਤਾਂ ਕਿ ਦੋਨਾਂ ਦਾ ਜਿਹੜਾ ਸਪਸ਼ਟ ਭਾਵ ਸਾਡੇ ਸਾਹਮਣੇ ਆ ਜਾਏ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਵੋ, ਬਿਕਮ ਨਦੀ ਜਾਏ ਤਰਨੀ। ਹੇ ਗੁਰੂ ਜੀ, ਹੇ ਪ੍ਰਮਾਤਮਾ ਜੀ, ਨਾ ਮੈਂ ਗਿਆਨ ਜਾਣਦਾ ਹਾਂ, ਨਾ ਮੈਂ ਧਿਆਨ ਜਾਣਦਾ ਹਾਂ, ਤੇ ਨਾ ਹੀ ਮੇਰੀ ਜਿਹੜੀ ਕਰਨੀ ਆ ਨਾ ਉਹ ਵੀ ਕੋਈ ਨਿਰਮਲ ਨਹੀਂ ਹੈ। ਨਾ ਹੈ ਨਾ ਨਿਰਮਲ ਕਰਨੀ। ਇਸ ਕਰਕੇ ਤੁਸੀਂ ਕਿਰਪਾ ਕਰੋ, ਮੈਨੂੰ ਕਿਸੇ ਗੁਰੂ ਦੇ ਸਾਧ ਸੰਗਤ ਕੇ, ਗੁਰੂ ਦੀ ਸੰਗਤ ਦੇ ਅੰਚਲ ਲਾਵੋ, ਭਾਵ ਗੁਰੂ ਦੇ ਪੱਲੇ ਲਾਵੋ। ਕਿਸੇ ਗੁਰੂ ਦਾ ਪੱਲਾ ਫੜਾਵੋ, ਮੈਨੂੰ ਉਹਦੇ ਪੱਲੇ ਪਾ ਦਿਓ। ਜਿਵੇਂ ਇੱਕ ਪੱਲੇ ਲਾਉਣਾ, ਭਾਵ ਜਿਵੇਂ ਅਸੀਂ ਇੱਕ ਲੜਕੇ ਲੜਕੀ ਦਾ ਸੰਯੋਗ ਜੋੜਦੇ ਹਾਂ, ਤੇ ਅਸੀਂ ਉਦੋਂ ਸ਼ਬਦ ਵਰਤਦੇ ਹਾਂ ਜੀ, ਲੜਕੀ ਨੂੰ ਲੜਕੇ ਦਾ ਪੱਲਾ ਫੜਾ ਦਿਓ, ਭਾਵ ਉਹਨਾਂ ਦਾ ਸੰਯੋਗ ਹੋ ਜੇ, ਉਹਨਾਂ ਦਾ ਮਿਲਾਪ ਹੋ ਜੇ। ਗੁਰੂ ਸਾਹਿਬ ਵੀ ਬੇਨਤੀ ਕਰ ਰਿਹਾ ਹੈ, ਸਾਧ ਸੰਗਤ ਕੈ ਅੰਚਲ ਲਾਵੋ, ਮੈਨੂੰ
ਕਿਸੇ ਅਜਿਹੇ ਮਹਾਂਪੁਰਖ ਦਾ ਗੁਰੂ ਪਿਆਰੇ ਦਾ ਪੱਲਾ ਫੜਾਵੋ ਤਾਂ ਕਿ ਜਿਹੜੀ ਬਿਖਮ ਨਦੀ ਜਾਏ ਤਰਨੀ। ਮੇਰੇ ਲਈ ਇਹ ਜੋ ਬਿਖਮ ਨਦੀ ਹੈ, ਇਹ ਭਵਜਲ ਹੈ, ਇਹ ਸੰਸਾਰ ਰੂਪੀ ਨਦੀ ਹੈ, ਇਹ ਤਰਨੀ ਆਸਾਨ ਹੋ ਜੇ। ਜਦੋਂ ਸਾਧ ਸੰਗਤ ਸ਼ਬਦ ਆਉਂਦਾ ਹੈ, ਆਮ ਤੌਰ ਤੇ ਸਾਡੇ ਮਨ ਦੇ ਵਿੱਚ ਕਈ ਵਾਰੀ ਭੁਲੇਖਾ ਵੀ ਲੱਗ ਜਾਂਦਾ ਹੈ ਵੀ ਆਮ ਸਾਧ ਕੋਈ ਮਤਲਬ ਕਾਲੇ ਕੱਪੜਿਆਂ ਵਾਲਾ, ਕੋਈ ਭਗਵੇਂ ਕੱਪੜਿਆਂ ਵਾਲਾ, ਜਾਂ ਹੋਰ ਕੀ ਇਹੋ ਜਿਹੇ ਖਿਆਲ ਸੁਭਾਵਿਕ ਮਨ ਚ ਆਉਂਦੇ ਆ। ਪਰ ਗੁਰਬਾਣੀ ਦੇ ਜਦੋਂ ਅਸੀਂ ਨਜ਼ਰੀਏ ਤੋਂ ਦੇਖਦੇ ਹਾਂ ਤੇ ਇਹ ਜਿਹੜਾ ਸਾਧ ਸ਼ਬਦ ਕੇਵਲ ਗੁਰੂ ਵਾਸਤੇ ਆਉਂਦਾ, ਜਾਂ ਜਿਹੜੇ ਗੁਰਮੁਖ ਪਿਆਰੇ ਜਿਵੇਂ ਭਗਤ ਸਾਹਿਬਾਨ ਹੋਏ ਆ ਉਹਨਾਂ ਵਾਸਤੇ ਵੀ ਇਹ ਆਉਂਦਾ ਹੈ। ਇਹ ਆਮ ਪ੍ਰਚਲਿਤ ਜੋ ਸਾਧ ਬਣੇ ਫਿਰਦੇ ਆ, ਆਪਣੇ ਨਾਂ ਨਾਲ ਸੰਤ ਲਾ ਕੇ ਬਣੇ ਫਿਰਦੇ ਆ, ਇਹ ਉਹਨਾਂ ਵਾਸਤੇ ਕਦੇ ਵੀ ਨਹੀਂ ਆਇਆ। ਸਾਧ ਸੰਗਤ ਕੇ ਭਾਵ ਗੁਰੂ ਦੀ ਸੰਗਤ, ਹਾਂ, ਗੁਰੂ ਦੀ ਸੰਗਤ ਦੇ ਨਾਲ ਮੈਨੂੰ ਜੋੜੋ ਤਾਂ ਕਿ ਜਿਹੜੀ ਮੇਰੀ ਇਹ ਬਿਖਮ ਨਦੀ ਹੈ, ਮੇਰਾ ਜੀਵਨ ਹੈ, ਇਹ ਮੈਨੂੰ ਸੌਖਾ ਹੋ ਜੇ। ਸੰਸਾਰ ਰੂਪੀ ਭਵਜਲ ਹੈ, ਡਰਾਵਨਾ ਪਾਣੀ ਵੀ ਕਹਿੰਦੇ ਆ ਇਹਨੂੰ, ਤੇ ਬਿਖਮ ਨਦੀ, ਬਿਖਮ ਮੈਨੇ ਔਖੀ, ਜਿਹੜੀ ਨਦੀ ਤਰਨੀ ਬਹੁਤ ਔਖੀ ਹੈ, ਇਹ ਮੇਰੇ ਲਈ ਤਰਨੀ ਆਸਾਨ ਹੋ ਜੇ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਜੀ ਜਿਸ ਵੇਲੇ ਆਪਾਂ ਪਾਠ ਕਰਦੇ ਹਾਂ ਤੇ ਆਮ ਬਾਕੀ ਜਿਹੜੀ ਕੋਈ ਹੋਰ ਆਪਾਂ ਰੀਡਿੰਗ ਕਰਦੇ ਹਾਂ, ਪੜ੍ਹਾਈ ਕਰਦੇ ਹਾਂ, ਬੜਾ ਫਰਕ ਹੈ। ਗੁਰਬਾਣੀ ਵਿੱਚ ਬੜੇ ਗੁੱਝੇ ਪੇਜ ਨੇ। ਜਿਸ ਤਰ੍ਹਾਂ ਹੁਣ ਵੀਰ ਜੀ ਨੇ ਇੱਕ ਦੋ ਗੱਲਾਂ ਬੜੀਆਂ ਅਹਿਮ ਦੱਸੀਆਂ ਨੇ ਵੀ ਕੱਲ ਜਿਹੜਾ ਲਫ਼ਜ਼ ਹੈ ਉਹਦੇ ਦੇਖੋ ਕਈ, ਇੱਕ ਉਸ ਸ਼ਬਦ ਦੇ ਕਈ ਅਰਥ ਨੇ, ਤੇ ਇਸ ਕਰਕੇ ਜਿੰਨਾ ਚਿਰ ਸਾਨੂੰ ਉਹਦੇ ਬਾਰੇ ਥੋੜ੍ਹੀ ਜਿਹੀ ਗਿਆਨ ਨਹੀਂ ਹੈ, ਸਟੱਡੀ ਨਹੀਂ ਹੈ, ਤੇ ਸਾਨੂੰ ਸਮਝ ਨਹੀਂ ਆਏਗਾ। ਸੋ ਇਹ ਸਾਰੀਆਂ ਗੱਲਾਂ ਸਮਝਣ ਦੀ ਲੋੜ ਹੈ। ਵਾਹਿਗੁਰੂ ਜੀ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਔਰ ਖੁਸ਼ਕਿਸਮਤੀ ਨਾਲ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ਸ਼ਬਦ ਗੁਰੂ ਦੇ ਪੁਜਾਰੀ ਹਾਂ, ਤੇ ਸ਼ਬਦ ਗੁਰੂ ਹਮੇਸ਼ਾ ਲਾਈਟ ਹਾਊਸ ਸਾਡੇ ਸਾਹਮਣੇ। ਲੋੜ ਤਾਂ ਹੈ ਕਿ ਆਪਾਂ ਉਹਨੂੰ ਵੱਧ ਤੋਂ ਵੱਧ ਸਮਝੀਏ ਤੇ ਕਿੰਨਾ ਜੀਵਨ ਸੁਖਾਲ ਹੋ ਜਾਏਗਾ। ਜਿਹੜਾ ਖਾਸ ਕਰਕੇ ਵੀਰ ਜੀ ਨੇ ਦੂਜੀ ਤੁਕ ਪੜ੍ਹੀ ਹੈ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾ ਹੀ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰ। ਤੇ ਇਹ ਜੀਵਨ ਜਿਹਦੇ ਚ ਦੁੱਖ ਤਕਲੀਫਾਂ ਕਲੇਸ਼ਾਂ ਨਾਲ ਸੰਸਾਰ ਤਪਦਾ ਸੜਦਾ ਰਹਿੰਦਾ ਸੀ ਗ੍ਰਸਤੀ ਜੀ, ਜਿਹੜੇ ਗੁਰਬਾਣੀ ਦੇ ਨਾਲ ਲੱਗੇ ਉਹਨਾਂ ਲਈ ਇਹ ਸੰਸਾਰ, ਇਹ ਜੀਵਨ ਜਿਹੜਾ ਬੜਾ ਸੁਖਾਲਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਤਾਂ ਗੁਰਬਾਣੀ ਐਡਾ ਵਧੀਆ ਸਮੁੰਦਰ ਹੈ ਜਿਹੜਾ ਕਿ ਹਰ ਹਿਰਦੇ ਨੂੰ ਸ਼ਾਂਤ ਕਰਨ ਦੀ ਸਮਰੱਥਾ ਰੱਖਦਾ। ਲੋੜ ਹੈ ਇਹਦੇ ਨੇੜੇ ਜਾਣ ਦੀ। ਤਾਂ ਆਓ ਸਤਸੰਗੀਓ, ਵੀਰ ਜੀ ਨੇ ਬੜੇ ਅੱਛੇ ਤਰ੍ਹਾਂ ਇਸ ਸਵਾਲ ਦਾ ਉੱਤਰ ਦਿੱਤਾ ਹੈ, ਉਹਨਾਂ ਦਾ ਧੰਨਵਾਦ। ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਹਰ ਰੋਜ਼ ਦਾ ਪ੍ਰੋਗਰਾਮ YouTube ਤੇ ਪੈ ਜਾਂਦਾ। ਜਿਵੇਂ ਅੱਜ ਦਾ ਪ੍ਰੋਗਰਾਮ ਹੈ, ਇਹ ਸਮਾਪਤੀ ਤੋਂ ਅੱਧੇ ਘੰਟੇ ਦੇ ਵਿੱਚ ਸਾਹ ਹਰਜੀਤ ਸਿੰਘ ਨੂੰ ਅਪਲੋਡ ਕਰ ਦਿੰਦੇ ਨੇ। ਤੋ YouTube ਚੈਨਲ ਹੈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, SMC ਕਲਾਸ USA, ਗੁਰਮਤਿ ਕਲਾਸ USA। ਕਿਰਪਾ ਕਰਕੇ ਮੈਂ ਹਰ ਵਾਰੀ ਬੇਨਤੀ ਕਰਦਾ, ਅੱਜ ਵੀ ਜ਼ਰੂਰ ਕਰਨੀ, ਆਪਣਾ ਫਰਜ਼ ਸਮਝਦਾ ਕਿ ਜਿਸ ਵੇਲੇ ਵੀ ਤੁਹਾਡੇ ਕੋਲ ਇਹ ਜਿਹੜੀ ਅੱਜ ਦੀ YouTube ਆਏ, ਰੋਜ਼ਾਨਾ ਆਵੇ, ਉਹਨੂੰ ਇਮੀਡੀਏਟਲੀ ਆਪਣੇ ਗਰੁੱਪ ਵਿੱਚ ਪਾਓ, ਫੈਲਾਓ। ਜਿਹੜੇ ਵੀ ਸਤਸੰਗੀ ਮਿਲਣ ਉਹਨਾਂ ਨੂੰ ਜ਼ਰੂਰ ਕਹੋ ਕਿ ਵੀ ਇਹ ਪ੍ਰੋਗਰਾਮ ਚੱਲਦਾ ਜੀ, ਇਹਦੇ 'ਚ ਅਸੀਂ ਸੰਗ ਨਹੀਂ ਕਰਨੀ, ਇਹ ਆਪਾਂ ਵੰਡਣਾ। ਤੇ ਉਹਨੂੰ ਇਹ ਲਿੰਕ ਪਲੱਸ YouTube ਚੈਨਲ ਦਾ ਲਿੰਕ ਇਹ ਜ਼ਰੂਰ ਦਿਓ। ਜਿਹੜਾ ਕੋਈ ਮਿਲਦਾ ਉਹਨੂੰ ਦਿਓ, ਜਿਹੜਾ ਕੋਈ ਵਰਤ ਲਏਗਾ ਉਹਦਾ ਵੀ ਭਲਾ, ਜਿਹੜਾ ਨਹੀਂ ਵਰਤੇਗਾ ਉਹਦੀ ਮਰਜ਼ੀ ਹੈ। ਤਾਂ ਸਾਡਾ ਫਰਜ਼ ਬਣਦਾ ਹੈ ਐਜ਼ ਏ ਸਿੱਖ ਕਿ ਅਸੀਂ ਆਪ ਜਪੈ ਅਵਰਾ ਨਾਮ ਜਪਾਵੈ। ਤਾਂ ਇਹ ਮੇਰੀ ਬੇਨਤੀ ਹੈ ਕਿ ਇਸ YouTube ਦੇ ਚੈਨਲ ਨੂੰ ਵੱਧ ਤੋਂ ਵੱਧ ਆਪ ਜੀ ਇਹਨੂੰ ਸਰਕੂਲੇਟ ਕਰੋ ਜੀ। ਧੰਨਵਾਦ। ਲਓ ਜੀ, ਅਗਲਾ ਸਵਾਲ ਬੜਾ ਅਹਿਮ ਹੈ। ਇਹ ਡਾਕਟਰ ਕਿਹਨਾਂ ਭੇਜਿਆ ਜੀ, ਮੈਨੂੰ ਖਿਮਾ ਕਰਨਾ, ਮੈਂ ਨਾਮ ਮੇਰੇ ਕੋਲ ਨਹੀਂ ਲਿਖਿਆ। ਕਿ ਸੰਗਤ ਚੋਂ ਇਹ ਸਵਾਲ ਆਇਆ ਸੀਗਾ ਪਿਛਲੇ ਹਫ਼ਤੇ ਕਿ ਚਰੋਂਡਾ ਪਰਗਣਾ ਭਾਟਵਈ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਬਾਰੇ ਆਪਣੇ ਵਿਚਾਰ ਦੱਸੋ। ਤੋ ਸਤਜਿੰਦਰ ਸਿੰਘ ਜੀ ਇਹ ਜਿਹੜਾ ਸਵਾਲ ਹੈ ਇਹਦਾ ਉੱਤਰ ਦੇਣਗੇ ਕਿ ਆਇਆ ਉਸ ਭਾਟਵਈ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਬਾਰੇ ਕੀ ਉਹਦੇ ਡਿਟੇਲ ਦਿੱਤੀ ਹੈ, ਉਹ ਦੱਸਣਗੇ ਸਤਜਿੰਦਰ ਸਿੰਘ। ਹਾਂਜੀ ਤਜਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਸਵਾਲ ਕਰਤਾ ਨੇ ਪੁੱਛਿਆ ਹੈ
ਕਿ ਪਾਟਵਈਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਦੇਣ ਬਾਰੇ ਕੀ ਲਿਖਤ ਮੌਜੂਦ ਹੈ। तो आओ ਅਸੀਂ ਪਹਿਲਾਂ ਦੇਖੀਏ ਕਿ ਇਹ ਪਾਟਵਈਆਂ ਕੀ ਹਨ ਔਰ ਕਿਹਨਾਂ ਨੇ ਇਸ ਨੂੰ ਲਿਖਿਆ ਹੈ। ਪਾਟ ਵੰਸ਼ਾਵਲੀ ਦੇ ਸਜਰੇ ਅਨੁਸਾਰ, ਸਜਰੇ ਦਾ ਭਾਵ ਡਿਟੇਲ ਦੇ ਅਨੁਸਾਰ, ਪਾਟ ਕੀਰਤ ਜੀ ਜਿਨ੍ਹਾਂ ਦੇ ਸਵਈਏ ਗੁਰੂ ਗ੍ਰੰਥ ਸਾਹਿਬ ਜੀ ਵੀ ਦਰਜ ਹਨ, ਉਹਨਾਂ ਦਾ ਇੱਕ ਪੜਪੋਤਰਾ ਹੋਇਆ ਹੈ ਪਾਟ ਨਰਬਦ। ਧਿਆਨ ਨਾਲ ਸੁਣਨਾ ਸਾਧ ਸੰਗਤ ਜੀ। ਪਾਟ ਕੀਰਤ ਜੀ ਦਾ ਪੜਪੋਤਰਾ ਹੋਇਆ ਹੈ ਪਾਟ ਨਰਬਦ। ਸ੍ਰੀ ਅਨੰਦਪੁਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸੋਂ ਖੰਡੇ ਬਾਟੇ ਦੀ ਪਹੁਲ ਲੈ ਕੇ ਉਹ ਭਾਈ ਨਰਬਦ ਸਿੰਘ ਬਣ ਗਏ। ਗੁਰੂ ਸਾਹਿਬ ਜਦ ਚਮਕੌਰ ਸਾਹਿਬ ਦੀ ਜੰਗ ਪਿੱਛੋਂ ਤਲਵੰਡੀ ਸਾਬੋ ਆਏ ਤਾਂ ਭਾਈ ਨਰਬਦ ਸਿੰਘ ਜਨਵਰੀ 1706 ਈਸਵੀ ਨੂੰ ਗੁਰੂ ਦਰਸ਼ਨਾਂ ਦੇ ਲਈ ਉੱਥੇ ਆਏ। ਗੁਰੂ ਸਾਹਿਬ ਤਲਵੰਡੀ ਸਾਬੋ ਤਕਰੀਬਨ 9 ਮਹੀਨੇ ਰਹੇ ਅਤੇ ਅਕਤੂਬਰ 1706 ਈਸਵੀ ਨੂੰ ਦੱਖਣ ਵੱਲ ਨੂੰ ਚੱਲ ਪਏ। ਉਸ ਵਕਤ ਭਾਈ ਨਰਬਦ ਸਿੰਘ ਵੀ ਉਹਨਾਂ ਨਾਲ ਦੱਖਣ ਵੱਲ ਨੂੰ ਚਲੇ ਗਏ। ਉਸ ਦੀ ਲਿਖਤ ਪਾਟਵਈ ਤਲੌਂਡਾ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਨ ਵੇਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਣ ਵਕਤ ਭਾਈ ਨਰਬਦ ਸਿੰਘ ਉੱਤੇ ਹਜੂਰ ਸਾਹਿਬ ਨੰਦੇੜ ਵਿਖੇ ਮੌਜੂਦ ਸੀ। ਤੋ ਜਿਹੜੀ ਪਾਟਵਈ ਤਲੌਂਡਾ ਹੈ ਉਸ ਦਾ ਕਰਤਾ ਜਿਹੜਾ ਹੈ ਉਹ ਭਾਈ ਨਰਬਦ ਸਿੰਘ ਜੀ ਹਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸੋਂ ਖੰਡੇ ਬਾਟੇ ਦੀ ਪਹੁਲ ਲਈ ਸੀ ਔਰ ਉਹਨਾਂ ਦੇ ਨਾਲ ਹੀ ਸਾਬੋ ਕੀ ਤਲਵੰਡੀ ਤੋਂ ਹੁੰਦਾ ਹੋਇਆ ਉਹ ਨੰਦੇੜ ਪਹੁੰਚਿਆ ਸੀ। ਪਾਟਵਈ ਤਲੌਂਡਾ ਪਰਗਨਾ ਜੀਂਦ, ਪਰਗਨਾ ਦਾ ਭਾਵ ਹੈ ਇਲਾਕਾ ਜਿੱਥੇ ਉਹ ਨਿਵਾਸ ਕਰਦੇ ਸਨ, ਜਿੱਥੋਂ ਦੇ ਸਨ ਉਹ। ਉਸ ਵਿੱਚ ਲਿਖਤ ਮਿਲਦੀ ਹੈ ਕਿ ਗੁਰੂ गोविंद सिंह महल 10वां, बेटा गुरु तेग बहादुर जी का, पोता गुरु हरगोबिंद जी का, पड़पोता गुरु अर्जुन देव जी का, वंश गुरु रामदास जी की सूरज बंसी, गोशल गोत्रा सोडी खत्री बांसी बासी आनंदपुर परगना कैलूर, कैलूर भी परगना, मुकाम नांदेड़, तट गोदावरी, देश दखन, सम्मत 1765, कारतक मास की चौथ, शुक्ल पखे बुधवार के दिन भाई दया सिंह से वचन हुआ श्री गुरु ग्रंथ साहब ले आओ। वचन पाए दया सिंह श्री गुरु ग्रंथ साहब ले आए। गुरु जी ने 5 पैसे एक नरियल आगे बेटा टेटा रखा और मत्था टेका। सर्वत संगत ने कहा मेरा हुक्म है मेरी जगह श्री गुरु ग्रंथ साहब जी को जानना। जो सिख जानेगा तिसकी काल थाए पएगी, गुरु तिसकी बौड़ी करेगा, सत कर मानना। तो ये जिहड़ी पाटवई तलौंडा है ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਦਾ ਜਿਹੜਾ ਜ਼ਿਕਰ ਹੈ ਉਹ ਮੈਂ ਆਪ ਜੀ ਦੇ ਸਾਹਮਣੇ ਰੱਖਿਆ ਹੈ। ਬਾਕੀ ਇਸ ਤੋਂ ਇਲਾਵਾ ਹੋਰ ਵੀ ਮਹਿਮਾ ਪ੍ਰਕਾਸ਼ ਵਿੱਚ ਕੀ ਲਿਖਿਆ, ਦੂਜਾ ਕੀ ਲਿਖਿਆ, ਉਹ ਅੱਜ ਦਾ ਵਿਸ਼ਾ ਨਹੀਂ ਹੈ। ਉਹ ਫਿਰ ਕਿਸੇ ਵੇਲੇ ਭਾਈ ਕਹਿਣਾ ਕਵੀ ਸਿਆਣਾਪਾਤ ਜੀ ਨੇ ਗੁਰੂ ਸੋਭਾ ਵਿੱਚ ਕੀ ਲਿਖਿਆ ਹੈ, तो उस वेल आप ना जाइए। तो अज का जो सवाल है उसका जवाब आप जी ने सरवण कर लिया। आस है आप जी प्रवान करोगे। वाहिगुरू जी का खालसा, वाहिगुरू जी की फतेह। अनम्यूट करो वीर जी। संगत जी जो पाटवईयां ने ਇਹ वन ऑफ द सोर्सेज ने साढ़े ਜਿਹੜੇ ਹਿਸਟੋਰੀਕਲ ਇਤਿਹਾਸਕ ਸਰੋਤ ਨੇ ਉਹਨਾਂ 'ਚ ਇਹ ਵੀ ਇੱਕ ਸਰੋਤ ਹੈ। ਜਿਵੇਂ ਬਾਕੀ ਹੋਰ ਲਿਖਤਾਂ ਸਾਨੂੰ ਮਿਲਦੀਆਂ ਨੇ ਜਾਂ ਰਹਿਤਨਾਮੇ ਮਿਲਦੇ ਨੇ, ਨਸੀਹਤਨਾਮੇ ਮਿਲਦੇ ਨੇ, ਉਹ ਸਾਰੇ ਸਾਡੇ ਸਰੋਤ ਨੇ ਜਿੱਥੋਂ ਸਾਨੂੰ ਆਪਣਾ ਇਤਿਹਾਸ ਔਰ ਗੁਰੂ ਸਾਹਿਬਾਨ ਦੇ ਸਮੇਂ ਦੀਆਂ ਜਾਂ ਉਸ ਤੋਂ ਬਾਅਦ ਜਿਹੜੀਆਂ ਵੀ ਸਮੇਂ ਆਉਂਦੇ ਰਹੇ ਉਹਨਾਂ ਬਾਰੇ ਸਾਨੂੰ ਗਾਇਬ ਉੱਥੇ ਜਿਹੜੀ ਜਾਣਕਾਰੀ ਜਿਹੜੀ ਮਿਲਦੀ ਹੈ ਔਰ ਇਹ ਬੜੇ ਸਾਹਮਣੇ ਵਾਲੇ ਸੋਰਸਸ ਨੇ। ਸਿਰਫ ਇੱਕ ਗੱਲ ਹੈ ਖਿਆਲ ਰੱਖਣ ਦੀ ਲੋੜ ਹੈ ਕਿ ਹੰਸ ਬਿਰਤੀ ਚਾਹੀਦੀ ਹੈ, ਕਿਉਂਕਿ ਜਿੰਨੇ ਵੀ ਸੋਰਸਸ ਨੇ ਇਹਨਾਂ 'ਚ ਕਈ ਵਾਰੀ ਤੇ ਅਥੈਂਟਿਸਿਟੀ ਦਾ ਨਹੀਂ ਪਤਾ ਹੁੰਦਾ, ਤੇ ਦੂਸਰੀ ਗੱਲ ਹੈ ਕਿ ਕਈ ਵਾਰੀ ਸਮੇਂ ਦੇ ਨਾਲ ਨਾਲ ਕਈ ਕਾਰਨਾਂ ਕਰਕੇ, ਕਈ ਬਾਹਰੀ ਪ੍ਰਭਾਵਾਂ ਕਰਕੇ, ਕਈ ਕਿਸੇ ਹੋਰ ਅਲਟੀਰੀਅਰ ਮੋਟਿਵ ਕਰਕੇ ਇਤਿਹਾਸ ਵਿੱਚ ਰਲਗੱਡ ਕੀਤੀ ਜਾਂਦੀ ਹੈ। ਹਾਂ, ਇਹ ਜ਼ਰੂਰ ਦੇਖਣਾ ਹੈ ਕਿ ਜਿਵੇਂ ਆਪਾਂ ਆਮ ਗੱਲ ਚੱਲਦੀ ਹੈ, ਜਿਹੜਾ ਭਾਈ ਸਾਹਿਬ ਜਿਹੜੇ ਸ਼ਾਮ ਸੂਰਜ ਪ੍ਰਕਾਸ਼ ਦੀ ਜਿਵੇਂ ਕਥਾ ਹੁੰਦੀ ਹੈ, ਹੁਣ ਸੂਰਜ ਪ੍ਰਕਾਸ਼ ਇਤਿਹਾਸਕ ਸੋਰਸ ਤਾਂ ਜ਼ਰੂਰ ਹੈ, ਪਰੰਤੂ ਉਹਦੇ 'ਚ ਕਈ ਗੱਲਾਂ ਜਿਹੜੀਆਂ ਨੇ ਗੁਰਮਤਿ ਨਾਲ ਮੇਲ ਨਹੀਂ ਖਾਂਦੀਆਂ, ਤੇ ਉਹ ਜ਼ਰੂਰੀ ਹੈ ਅੱਗੇ ਪਿੱਛੇ ਇਹਦੇ ਬਾਰੇ ਵਿਚਾਰ ਵੀ ਹੁੰਦੀ ਰਹਿੰਦੀ ਹੈ ਕਿ ਅਸੀਂ ਆਪਣੀ ਹੰਸ ਬਿਰਤੀ ਰੱਖੀਏ ਕਿ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ। ਔਰ ਮਹਾਰਾਜ ਨੇ ਬਾਣੀ 'ਚ ਸਾਨੂੰ ਕਿਹਾ ਕਿ ਗੁਣਾ ਕੋ ਹੋਵੇ ਵਾਸਲਾ ਘਟ ਵਾਸ ਲਈ, तो ਜਿਹੜੀ ਚੀਜ਼ ਸਾਨੂੰ ਸਹੀ ਲੱਭਦੀ ਸਾਨੂੰ ਕਰਨੀ ਚਾਹੀਦੀ।
ਇਸੇ ਤਰ੍ਹਾਂ ਭੱਟ-ਵਹੀਆਂ 'ਚ ਵੀ ਕੁਛ ਗੱਲਾਂ ਹੋ ਸਕਦੀਆਂ ਨੇ ਜਿਹੜੀਆਂ ਗੁਰਮਤਿ ਨਾਲ ਮੇਲ ਨਾ ਖਾਂਦੀਆਂ ਹੋਣ, ਜਿਵੇਂ ਕਿ ਇਹਦੇ 'ਚ ਵੀ ਹੁਣ ਲਿਖਿਆ ਹੋਇਆ ਕਿ 5 ਪੈਸੇ ਤੇ ਨਰੀਅਲ ਰੱਖ ਕੇ ਜਾਂ 5 ਟਕਾ ਜੋ ਵੀ ਰੱਖ ਕੇ ਮੱਥਾ ਟੇਕਿਆ। ਇਹ ਹਾਲਾਂਕਿ ਇਹ ਜਿਹੜੀ ਮਰਿਆਦਾ ਹੈਗੀ ਇਹ ਗੁਰਮਤਿ ਨਾਲ ਮੇਲ ਨਹੀਂ ਖਾਂਦੀ, ਪਰੰਤੂ ਜਿਹੜਾ ਸੋਰਸ ਹੈ ਉਹ ਜ਼ਰੂਰ ਰੱਖੀਏ, ਪਰੰਤੂ ਉਹਦੇ ਵਿੱਚ ਜਿਹੜੀ ਕੋਈ ਰਲਗੜ ਸਾਨੂੰ ਲੱਗਦੀ ਹੈ ਜਾਂ ਜਿਹੜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਾਂ ਸਿੱਖ ਮਰਿਆਦਾ ਅਨੁਸਾਰ ਨਹੀਂ ਹੈ, ਉਹਨੂੰ ਕਿਰਪਾ ਕਰਕੇ ਆਪਾਂ ਛੱਡ ਦਈਏ, ਪਰ ਬਾਕੀ ਜਿਹੜੀ ਚੀਜ਼ ਸਾਡੀ ਕੰਮ ਆਉਣ ਵਾਲੀ ਹੈ ਉਹਨੂੰ ਜ਼ਰੂਰ ਸਾਂਭ ਕੇ ਰੱਖੀਏ। ਸਤਜਿੰਦਰ ਸਿੰਘ ਜੀ ਦਾ ਧੰਨਵਾਦ ਹੈ, ਕਿਉਂਕਿ ਇਹ ਭੱਟ-ਵਹੀਆਂ ਬਾਰੇ ਜਾਣਕਾਰੀ ਸੌਖੀ ਨਹੀਂ ਮਿਲਦੀ ਤੇ ਕੁਝ ਮਤਲਬ ਹੈ ਵੀ ਹਾਲਾਂਕਿ ਬਹੁਤ ਘੱਟ ਲਿਖਾਰੀ ਨੇ ਜਿਹੜੇ ਭੱਟ-ਵਹੀਆਂ ਦਾ ਰੈਫਰੈਂਸ ਦਿੰਦੇ, ਪਰੰਤੂ ਭੱਟ-ਵਹੀਆਂ ਦੇ ਰੈਫਰੈਂਸ ਫਿਰ ਮੈਂ ਜਿਹੜੀ ਗੱਲ ਪਹਿਲੇ ਕਹੀ ਹੈ ਕਿ ਸੋਰਸ ਜ਼ਰੂਰ ਹੈ, ਪਰੰਤੂ ਉਹਦੀ ਜਿਹੜੀ ਸ਼ੁੱਧਤਾ ਉਹਨੂੰ ਆਪਾਂ ਜ਼ਰੂਰ ਫਿਲਟਰ ਲਾ ਕੇ ਇਹਨੂੰ ਆਪਣੇ ਯੂਜ਼ ਵਿੱਚ ਲਿਆਉਣਾ ਹੈ। ਤੇ ਇੱਕ ਵਾਰੀ ਫਿਰ ਵੀਰ ਜੀ ਆਪ ਜੀ ਦਾ ਧੰਨਵਾਦ। ਤੋ ਸੰਗਤ ਵਿੱਚ ਸਾਧ ਸਿੰਘ ਜੀ ਨਵੇਂ ਵੀਰ ਭੈਣਾਂ ਜੁੜਦੇ ਰਹਿੰਦੇ ਨੇ, ਤੋ ਕਈ ਵਾਰੀ ਐਸਾ ਵੀ ਹੁੰਦਾ ਕਿ ਜਿਹੜਾ ਵਿਸ਼ਾ ਹੈ ਉਹਦੀ ਸਮਾਪਤੀ ਤੋਂ ਪਹਿਲਾਂ ਉਹ ਚਲੇ ਵੀ ਜਾਂਦੇ। ਤੋ ਮੇਰੀ ਬੇਨਤੀ ਹੈ ਵੀ ਸੰਗਤ ਵਿੱਚ ਅਗਰ ਕੋਈ ਨਵਾਂ ਵੀਰ ਭੈਣ ਆਇਆ ਹੋਵੇ ਤਾਂ ਉਹ ਜਿਸ ਵੇਲੇ ਜਿੰਨਾ ਚਿਰ ਪ੍ਰੋਗਰਾਮ ਚੱਲ ਰਿਹਾ ਉਸ ਤੋਂ ਬਾਅਦ ਸਵਾਲ ਜਵਾਬ ਦਾ ਪ੍ਰੋਗਰਾਮ ਹੁੰਦਾ ਹੈ ਤੇ ਉਸ ਤੋਂ ਪਹਿਲੇ ਉਹ ਆਪਣਾ ਹੈਂਡ ਰੇਜ਼ ਕਰਕੇ ਆਪਣੀ ਇੰਟਰੋਡਕਸ਼ਨ ਦੇ ਸਕਦੇ। ਇੱਕ ਮੈਂ ਸੰਗਤ ਨੂੰ ਬੇਨਤੀ ਕੀਤੀ ਸੀ ਤੇ ਮੈਂ ਉਹਨੂੰ ਆਪ ਨੂੰ ਫਿਰ ਯਾਦ ਦਿਵਾ ਰਿਹਾ ਕਿ ਕਿਰਪਾ ਕਰਕੇ ਜਿੱਥੇ ਤੁਸੀਂ ਸੰਗਤਾਂ ਨੂੰ ਜੋੜਨਾ, ਜਿਹੜਾ ਵੀ ਕੋਈ ਵੀਰ ਭੈਣ ਤੁਸੀਂ ਪ੍ਰੇਰ ਕੇ ਲਿਆਓ ਉਹਦੀ ਇੰਟਰੋਡਕਸ਼ਨ ਤੁਸੀਂ ਆਪ ਕਰਾਓ। ਸਮਝੋ ਮੈਂ ਇੱਕ ਸੱਜਣ ਨੂੰ ਲਿਆ ਰਿਹਾ ਤੇ ਉਹਦੀ ਇੰਟਰੋਡਕਸ਼ਨ ਮੈਂ ਕਰਾਵਾਂ, ਤੇ ਜਿਹੜੇ ਵੀ ਵੀਰ ਭੈਣ ਕਿਸੇ ਨੂੰ ਹੋਰ ਪ੍ਰੇਰ ਕੇ ਲਿਆਂਦਾ ਉਹ ਕਿਰਪਾ ਕਰਕੇ ਉਹਦੀ ਇੰਟਰੋਡਕਸ਼ਨ ਆਪ ਕਰਾਇਆ ਕਰੇ ਵੀ ਇਹ ਸੋ ਐਂਡ ਸੋ ਹੈ ਤੇ ਇਹ ਮਤਲਬ ਵੀ ਕਲਾਸ ਵਿੱਚ ਅੱਜ ਹਾਜ਼ਰ ਨੇ, ਉਹ ਜ਼ਿਆਦਾ ਠੀਕ ਰਹੇਗਾ। ਇਹ ਮੇਰੀ ਬੇਨਤੀ ਪ੍ਰਵਾਨ ਕਰਨਾ ਜੀ। ਆਓ ਜੀ ਸੰਗਤ ਜੀ, ਸਾਡੇ ਕੋਲ 7 ਮਿੰਟ ਹੋਰ ਹੈਗੇ ਨੇ ਤੇ ਇੱਕ ਸਵਾਲ ਹੋਰ ਲੈ ਲੈਂਦੇ। ਉਹ ਸਵਾਲ ਹੈ ਜੀ ਕਿ ਗੁਰਬਾਣੀ ਦੀ ਤੁਕ ਹੈ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਕੱਪੜਾ ਦੇ ਅਰਥ ਕੀ ਨੇ? ਤੋ ਦੂਸਰਾ ਇਸ ਪੰਕਤੀ ਦਾ ਭਾਵ ਕੀ ਹੈ? ਸਵਾਲ ਕਰਤਾ ਨੇ ਡਾਕਟਰ ਸੁਰਿੰਦਰ ਸਿੰਘ ਜੀ ਤੇ ਉੱਤਰ ਦੇ ਰਹੇ ਨੇ ਸਾਹ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਇਸ ਪੰਕਤੀ ਭਾਵ ਜਪ ਬਾਣੀ ਦੀ ਇਸ ਪੰਕਤੀ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਹੈ ਕਿ ਜਪ ਬਾਣੀ ਦਾ ਵਿਸ਼ਾ ਕੀ ਹੈ। ਜਦ ਤੱਕ ਅਸੀਂ ਜਪ ਬਾਣੀ ਦੇ ਵਿਸ਼ੇ ਨੂੰ ਨਹੀਂ ਸਮਝਦੇ ਉਦੋਂ ਤੱਕ ਅਸੀਂ ਇਹਨਾਂ ਦੇ ਅਰਥ ਭਾਵ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ। ਜਪ ਬਾਣੀ ਦਾ ਵਿਸ਼ਾ ਬੜਾ ਸਪਸ਼ਟ ਹੈ, ਜਿਹਨੂੰ ਸਤਿਕਾਰ ਨਾਲ ਅਸੀਂ ਜਪਜੀ ਸਾਹਿਬ ਆਖਦੇ ਹਾਂ ਕਿ ਮਨੁੱਖ ਦੀ ਪਰਮਾਤਮਾ ਨਾਲੋਂ ਵਿੱਥ ਪਈ ਹੋਈ ਹੈ। ਇਹ ਵਿੱਥ ਕਿਵੇਂ ਹਟਣੀ ਹੈ, ਇਹਦੇ ਕੋਈ ਸਵਾਲ ਕੀਤੇ ਹਨ, ਫਿਰ ਇਹਦੇ ਜਵਾਬ ਵੀ ਨਾਲ ਦਿੱਤਾ ਹੈ। ਇਹ ਗੱਲ ਪੱਕੀ ਹੈ ਕਿ ਇਨਸਾਨ ਜਦੋਂ ਜਨਮ ਲੈਂਦਾ ਹੈ ਮਾਇਆ ਦਾ ਪ੍ਰਭਾਵ ਕਰਕੇ ਇਹਦੀ ਉਹਦੇ ਨਾਲ ਵਿੱਥ ਬਣ ਜਾਂਦੀ ਹੈ। ਜਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਗ ਵਰਤਾਇਆ, ਇਹ ਮਾਇਆ ਜਿਤ ਹਰ ਵਿਸੇ ਉਹ ਉਪਜੇ ਭਾਉ ਦੂਜਾ ਲਾਇਆ। ਮਾਇਆ ਦੀ ਪਰਿਭਾਸ਼ਾ ਵੀ ਨਾਲ ਦਿੱਤੀ ਗਈ। ਮਨੁੱਖ ਦੀ ਪਰਮੇਸ਼ਰ ਨਾਲੋਂ ਜਦੋਂ ਵਿੱਥ ਪੈ ਗਈ, ਹੁਣ ਮਨੁੱਖ ਨੇ ਬੜੇ ਯਤਨ ਕੀਤੇ ਵੀ ਹਰ ਬੰਦਾ ਚਾਹੁੰਦਾ ਹੈ ਕਿ ਮੇਰਾ ਉਹਦੇ ਨਾਲ ਵਿੱਥ ਮਿਟ ਜਾਏ। ਜਿਵੇਂ ਜਿਵੇਂ ਮਨੁੱਖ ਯਤਨ ਕਰਦਾ ਰਿਹਾ ਉਹ ਕਈ ਮਤ ਵੀ ਹੋਂਦ ਵਿੱਚ ਆ ਗਏ। ਕਦੀ ਮਨੁੱਖ ਸਮਾਧੀਆਂ ਲਾ ਕੇ ਬੈਠ ਗਿਆ, ਕਦੀ ਮਨੁੱਖ ਤੀਰਥਾਂ ਤੇ ਇਸ਼ਨਾਨ ਕਰਨ ਲੱਗ ਪਿਆ ਇਹ ਸੋਚ ਕੇ ਕਿ ਮੇਰੀ ਵਿੱਥ ਮਿਟ ਜਾਏਗੀ। ਕਦੀ ਮਨ ਨੂੰ ਚੁੱਪ ਕਰਾਉਣ ਦੇ ਲਈ ਸੰਸਾਰ ਨਾਲ ਨਾਤਾ ਤੋੜ ਲਿਆ, ਭੋਰਿਆਂ ਵਿੱਚ ਜਾ ਵੜਿਆ। ਕਦੀ ਤਪ ਦਾ ਧੂਣੀਆਂ ਲਾ ਲਈਆਂ, ਆਪਣੇ ਸਰੀਰ ਨੂੰ ਕਸ਼ਟ ਦੇ ਲਏ। ਬੜੇ ਐਸੀਆਂ ਚੀਜ਼ਾਂ ਕਰਦਾ ਰਿਹਾ ਮਨੁੱਖ, ਇਹ ਮੇਰੀ ਕਿਤੇ ਪਰਮਾਤਮਾ ਨਾਲੋਂ ਵਿੱਥ ਮਿਟ ਜਾਏ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਪ ਦੀ ਬਾਣੀ ਦੇ ਜਦੋਂ ਸ਼ੁਰੂਆਤ ਹੀ ਕੀਤੀ ਹੈ ਉਹਦੇ ਵਿੱਚ ਹੀ ਇਹ ਗੱਲ ਸਮਝਾ ਦਿੱਤੀ। ਇੱਕ ਸਵਾਲ ਕਰਕੇ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ, ਤੇ ਨਾਲ ਉਹਦਾ ਜਵਾਬ ਦਿੱਤਾ ਵੀ ਵਿੱਥ ਮਿਟਾਉਣ ਦਾ ਢੰਗ ਕੀ ਹੈ। ਉਸੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਰੱਬ ਦਾ ਹੁਕਮ ਮੰਨਣ ਦੇ ਨਾਲ ਉਹਦੇ ਸੁਭਾਅ ਵਿੱਚ ਆਪਣਾ ਸੁਭਾਅ ਰਲਾਉਣ ਦੇ ਨਾਲ, ਜਿਵੇਂ ਪੁੱਤਰ ਪਿਓ ਦਾ ਹੁਕਮ ਮੰਨਦਾ ਰਵੇ, ਆਪਸੀ ਰਿਲੇਸ਼ਨਸ਼ਿਪ ਬੜੀ ਵਧੀਆ ਬਣਦੀ ਹੈ। ਜੇ ਉਹਦੇ ਕਹਿਣੇ ਤੋਂ ਬਾਗੀ ਹੋ ਜਾਏ ਤਾਂ ਰਿਲੇਸ਼ਨਸ਼ਿਪ ਵਿੱਚ ਤਰੇੜ ਪੈ ਜਾਂਦੀ ਹੈ।
ਇਸੇ ਤਰ੍ਹਾਂ ਸਾਡਾ ਸਾਂਝਾ ਬਾਪ ਪਰਮਾਤਮਾ ਹੈ ਤੇ ਉਹਦੇ ਸੁਭਾਅ ਦੇ ਨਾਲ ਆਪਣਾ ਸੁਭਾਅ ਰਲਾਉਣ ਦੇ ਨਾਲ ਇਹ ਵਿੱਥ ਮਿਟ ਸਕਦੀ ਹੈ, ਨਾ ਕਿ ਦਾਨ ਕਰਨ ਦੇ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਨਾਲ, ਪ੍ਰਾਣਾਯਾਮ ਦੇ ਨਾਲ, ਆਪਣੀ ਉਮਰ ਵਧਾ ਦੇਣ ਦੇ ਨਾਲ, ਜਾਂ ਖਿੰਥਾ ਗੋਦੜੀ ਜਾਂ ਹੋਰ ਚੀਜ਼ਾਂ ਰੱਖ ਕੇ ਇਹ ਵਿੱਥ ਜਿਹੜੀ ਮਿਟ ਸਕਦੀ ਹੈ। ਹੁਣ ਸਵਾਲ ਇਹ ਹੋ ਗਿਆ ਕਿ ਜੇ ਵਿੱਥ ਇਸ ਤਰ੍ਹਾਂ ਨਹੀਂ ਮਿਟ ਸਕਦੀ ਤੇ ਫਿਰ ਵਿੱਥ ਮਿਟੇ ਕਿਵੇਂ? ਇਹ ਜਿਹੜਾ ਸਾਡਾ ਅੱਜ ਦਾ ਸਵਾਲ ਹੈ, ਇਹਦੇ ਵਿੱਚ ਬੜੀ ਕਮਾਲ ਦੀ ਗੱਲ ਹੈ। ਇਸ ਤੋਂ ਪਹਿਲੀਆਂ ਪੌੜੀਆਂ ਨੂੰ ਅਸੀਂ ਜੇ ਵਿਚਾਰ ਕੇ ਦੇਖਦੇ ਹਾਂ, ਕਿਉਂਕਿ ਮਜ਼ਮੂਨ ਜ਼ਰੂਰ ਸਾਨੂੰ ਖਿਆਲ ਵਿੱਚ ਰੱਖਣਾ ਪਏਗਾ। ਜਦ ਤੱਕ ਮਜ਼ਮੂਨ ਨਾਲੋਂ ਅਸੀਂ ਟੁੱਟ ਜਾਵਾਂਗੇ ਤਾਂ ਫਿਰ ਅਸੀਂ ਅਰਥ ਭਾਵ ਨਹੀਂ ਕਰ ਸਕਾਂਗੇ। ਮਜ਼ਮੂਨ ਬੜਾ ਕਲੀਅਰ ਹੈ, ਜਿੱਥੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਉਹ ਹੈ ਕਿ ਸਚਾਰਾਂ ਹੋਈ ਹੈ ਕਿ ਪੂਰਾ ਟੁੱਟਿਆ ਪਾਲ। ਨਾਲ ਹੀ ਅੱਗੇ ਜਵਾਬ ਹੈ, ਉਹ ਜਿਹੜੀਆਂ ਪੌੜੀਆਂ ਸ਼ੁਰੂ ਹੁੰਦੀਆਂ ਨੇ ਫਿਰ ਮਨੁੱਖ ਦੇ ਉਦਮ ਦੀਆਂ ਸ਼ੁਰੂ ਹੁੰਦੀਆਂ ਨੇ ਵੀ ਇਸ ਤਰ੍ਹਾਂ ਨਾ ਹੋ ਜਾਏਗੀ, ਇਸ ਢੰਗ ਨਾਲ ਹੋ ਜਾਏਗੀ। ਫਿਰ ਅੱਗੋਂ ਹੁਕਮ ਦੀ ਗੱਲ ਗੁਰੂ ਪਾਤਸ਼ਾਹ ਨੇ ਅਗਲੀ ਪੌੜੀ ਵਿੱਚ ਨਾਲ ਸ਼ੁਰੂ ਕਰ ਦਿੱਤੀ ਵੀ ਹੁਕਮ ਜਿਹੜਾ ਹੈ ਉਹ ਕੀ ਹੈ। ਤੇ ਗੁਰੂ ਸਾਹਿਬ ਨੇ ਉੱਥੇ ਇੱਕ ਗੱਲ ਕਹਿ ਦਿੱਤੀ ਵੀ ਹੁਕਮ ਵਿੱਚ ਸੰਸਾਰ ਬਣਿਆ, ਹੁਕਮ ਵਿੱਚ ਇਨਸਾਨ ਆਇਆ, ਹੁਕਮ ਦੇ ਨਾਲ ਹੀ ਉਹਨੂੰ ਜਨਮ ਮਰਨ ਦੇ ਜੀਵ ਚੱਕਰਾਂ ਵਿੱਚ ਪੈਂਦਾ, ਉਹਦੇ ਨਾਲ ਹੁਕਮ ਦੇ ਨਾਲ ਹੀ ਜੀਵ ਜਿਹੜਾ ਹੈ ਚੰਗਾ ਹੈ ਮਾੜਾ ਹੈ, ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਦੁੱਖ ਸੁੱਖ ਭੋਗਦਾ ਵੀ ਹੈ। ਫਿਰ ਅਲਟੀਮੇਟਲੀ ਗੁਰੂ ਸਾਹਿਬ ਜੀ ਨੇ ਕਿਹਾ ਵੀ ਸਭ ਕੁਝ ਉਹਦੇ ਹੁਕਮ ਵਿੱਚ ਹੈ, ਬਾਹਰ ਹੁਕਮ ਤੋਂ ਕੋਈ ਚੀਜ਼ ਨਹੀਂ ਹੈ। ਫਿਰ ਪਾਤਸ਼ਾਹ ਕਹਿਣ ਲੱਗੇ ਵੀ ਉਹਦਾ ਹੁਕਮ ਮੰਨਣ ਲਈ ਮਨੁੱਖ ਕਰਦਾ ਕੀ ਹੈ? ਕਹਿੰਦੇ ਨੇ ਕੋਈ ਤਾਨ ਨਾਲ ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਬੜੀਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਇਹ ਢੰਗ ਦੱਸ ਦਿੱਤੇ ਵੀ ਹੁਕਮ ਮੰਨਣ ਦੇ ਲਈ ਇਹ ਕੁਝ ਕਰਦੇ ਨੇ। ਇਸ ਤਰ੍ਹਾਂ ਢੰਗ ਦੇ ਨਾਲ ਆਪਣਾ ਪਰਮੇਸ਼ਰ ਦੇ ਹੁਕਮ ਵਿੱਚ ਤੁਰਨ ਦੀ ਯਤਨ ਕਰਦੇ ਹਨ। ਫਿਰ ਤੇ ਜਾ ਕੇ ਇਸ ਪੌੜੀ ਦੇ ਗੁਰੂ ਸਾਹਿਬ ਜੀ ਨੇ ਫਿਰ ਕਿਹਾ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਕਸੇ ਵੇ ਪ੍ਰਵਾਹ। ਵੀ ਪਰਮਾਤਮਾ ਵੇ ਪ੍ਰਵਾਹ, ਉਹ ਆਪਣੇ ਹੁਕਮ ਵਿੱਚ ਸਾਰਿਆਂ ਨੂੰ ਚਲਾ ਰਿਹਾ ਹੈ। ਹੁਣ ਅਗਲੀ ਪੌੜੀ ਜਿਹਦੇ ਵਿੱਚੋਂ ਇਹ ਪੰਕਤੀ ਹੈ, ਚੌਥੀ ਪੌੜੀ ਦੇ ਵਿੱਚੋਂ ਉਹ ਸ਼ੁਰੂ ਹੁੰਦੀ ਹੈ। ਉਹਦੇ ਚ ਗੁਰੂ ਪਾਤਸ਼ਾਹ ਕਹਿੰਦੇ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇ ਦੇ, ਦਾਤ ਕਰੇ ਦਾਤਾਰ। ਸਾਚਾ ਦਾ ਸਦਾ ਕਾਇਮ ਰਹਿਣ ਵਾਲਾ ਹੈ, ਹੋਂਦ ਵਾਲਾ, ਸਦੀਵੀ ਮਾਲਕ ਸਦੀਵ ਰਹਿਣ ਵਾਲਾ ਹੈ। ਉਹਦਾ ਨਿਆਂ ਵੀ, ਉਹਦੇ ਨਿਜ਼ਮ ਵੀ ਸੱਚੇ ਹਨ, ਕਿਉਂਕਿ ਉਹਦੇ ਨਿਆਂ ਦੇ ਵਿੱਚ ਸੱਚ ਸਾਹਿਬ ਸੱਚ ਨਿਆਂ ਹੈ, ਉਹਦੀ ਕਮੀ ਨਹੀਂ ਹੈ। ਉਹਦੀ ਬੋਲੀ ਪਿਆਰ ਹੈ, ਉਹਦੀ ਬੋਲੀ ਜਿਹੜੀ ਭਾਖਿਆ ਦਾ ਅਰਥ ਬੋਲੀ ਹੈ, ਉਹਦੀ ਬੋਲੀ ਕੀ ਹੈ? ਬੋਲੀ ਉਹਦੇ ਪ੍ਰੇਮ ਦੀ ਹੈ। ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਪ੍ਰੇਮ ਦੀ ਬੋਲੀ। ਤੇ ਜਦੋਂ ਇਹ ਗੱਲ ਅੱਗੇ ਚੱਲਦੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਵੀ ਫਿਰ ਉਹਨੂੰ ਭੇਟਾ ਕੀ ਕਰੀਏ, ਉਹ ਸਾਨੂੰ ਉਹਦੇ ਅੱਗੇ ਆਪਾਂ ਅਰਪਣ ਕੀ ਕਰੀਏ, ਕਿਹੜੇ ਬੋਲ ਬੋਲੀਏ, ਮੂੰਹ ਤੋਂ ਕਿਹੜੇ ਬੋਲ ਬੋਲ ਦਈਏ। ਇਹ ਸਵਾਲ ਹਨ ਫਿਰ ਜਿਹੜੇ ਗੁਰੂ ਪਾਤਸ਼ਾਹ ਨੇ ਕਿਹਾ ਜੇ ਵਸਤਾਂ ਦਾ ਦਾਤਾਂ ਉਹ ਹੀ ਦੇ ਰਿਹਾ, ਫਿਰ ਆਪਾਂ ਕੀ ਭੇਟ ਕਰਨ ਜੋਗੇ ਆ? ਕਿਹੜੀ ਭੇਟਾਂ ਨੂੰ ਦੇ ਦਈਏ? ਰੱਬ ਦੇ ਅੱਗੇ ਕੀ ਭੇਟ ਕਰੀਏ? ਜੇ ਸਾਰੀਆਂ ਦਾਤਾਂ ਉਹ ਆਪ ਦੇ ਰਿਹਾ ਹੈ, ਫਿਰ ਕੇ ਅੱਗੇ ਰੱਖੀ ਹੈ, ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆ। ਵੀ ਮੂੰਹੋਂ ਕਿਹੜੀ ਬੋਲ ਬੋਲੀਏ ਅਸੀਂ, ਜਿਹਦੇ ਨਾਲ ਅਸੀਂ ਉਹਦੇ ਨਾਲ ਸਾਡਾ ਪਿਆਰ ਪੈ ਜਾਏ। ਜਿਹੜੇ ਬੋਲ ਬੋਲ ਕੇ ਉਹ ਸਾਡਾ ਮੁਹੱਬਤ ਕਰਨ ਲੱਗ ਪਏ, ਪਿਆਰ ਕਰਨ ਲੱਗ ਪਏ। ਤਾਂ ਹੁਣ ਉਹਦਾ ਜਵਾਬ ਸਾਰਾ ਗੁਰੂ ਪਾਤਸ਼ਾਹ ਨੇ ਉਹ ਮਜ਼ਮੂਨ ਦੇ ਵਿੱਚੋਂ ਦਿੱਤਾ। ਉਹ ਗੱਲ, ਉਹ ਢੰਗ, ਉਹਦਾ ਜਵਾਬ ਮਹਾਰਾਜ ਕਹਿੰਦੇ ਨੇ ਵੀ ਉਹ ਹੈ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ। ਉਹ ਪੂਰਨ ਖੜਾਓ ਦਾ ਸਮਾਂ, ਜਿਹਨੂੰ ਅਸੀਂ ਪਹਿਰ ਰਾਤ ਰਹਿੰਦੀ ਦਾ ਸਮਾਂ ਵੀ ਕਹਿੰਦੇ ਆ, ਅੰਮ੍ਰਿਤ ਵੇਲਾ ਸੱਚ ਨਾਉ, ਉਹਦਾ ਨਾਮ ਸਿਮਰੀਏ, ਉਹਦੀ ਯਾਦ ਵਿੱਚ ਜੁੜ ਜਾਈਏ, ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। ਵਡਿਆਈ ਵਿਚਾਰ, ਇਹ ਨਹੀਂ ਵੀ ਉੱਠ ਪਏ ਤੇ ਉੱਠ ਕੇ ਫਿਰ ਅਸੀਂ ਵਿਹਲੜ ਜੱਕੜ ਮਾਰਦੇ ਰਹੇ, ਨਹੀਂ। ਉੱਠਣ ਦਾ ਮਕਸਦ ਨਹੀਂ ਹੈ, ਉਹਦੀ ਵਡਿਆਈ ਦੀ ਵਿਚਾਰ ਦਾ, ਉਹਦੀ
ਵਿਚਾਰਾਂ ਦਾ ਮਕਸਦ ਹੈ ਇਨਸਾਨ ਦਾ, ਵਡਿਆਈ ਵਿਚਾਰ। ਫਿਰ ਕਹਿੰਦੇ ਜਦੋਂ ਤੂੰ ਇਹ ਕੰਮ ਕਰੇਗਾ ਫਿਰ ਤੈਨੂੰ ਗੁਰੂ ਦੇ ਕੋਲੋਂ ਬਖਸ਼ਿਸ਼ ਰੂਪੀ ਪਟੋਲਾ ਮਿਲਦਾ ਹੈ, ਕੱਪੜਾ ਮਿਲਦਾ ਹੈ, ਜਿਹਨੂੰ ਅਸੀਂ ਸਰੂਪਾ ਕਹਿ ਦਈਏ, ਬਖਸ਼ਿਸ਼ ਰੂਪੀ ਪਟੋਲਾ ਕਹਿ ਦਈਏ, ਜੋ ਮਰਜ਼ੀ ਲਫ਼ਜ਼ ਵਰਤ ਲਈਏ। ਕਿਉਂ? ਕਿਉਂਕਿ ਇੱਥੇ ਗੱਲ ਬੜੀ ਸਮਝਦੀ ਹੈ ਵੀ ਜਦੋਂ ਇਨਸਾਨ ਉਹਦੇ ਅੰਦਰ ਜੁੜਦਾ ਹੈ, ਆਪਣੀ ਮੱਤ ਨੂੰ ਛੱਡ ਕੇ ਮਨ ਕੀ ਮੱਤ ਤਿਆਗੋ ਹਰਜਨ ਵਾਲੀ ਗੱਲ, ਇਹ ਬਾਤ ਕਠੈਨੀ ਤੋਂ ਉੱਪਰ ਉੱਠ ਜਾਂਦਾ ਹੈ, ਮਨ ਦੀ ਮੱਤ ਤਿਆਗ ਜਾਂਦਾ ਹੈ, ਪੂਰੇ ਖੜਾਓ ਦੇ ਸਮੇਂ ਵਿੱਚ ਉਹਦੇ ਵਿੱਚ ਜੁੜਨ ਦੀ ਯਤਨ ਕਰਦਾ ਹੈ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰਦਾ ਹੈ, ਤਾਂ ਫਿਰ ਗੁਰੂ ਨਦਰ ਕਰਮ ਬਖਸ਼ਿਸ਼ ਕਰਦਾ ਹੈ। ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਤਾਂ ਮਿਲਦਾ ਕੀ ਹੈ ਗੁਰੂ ਕੋਲੋਂ? ਉਹਦੀ ਸਿਫਤ ਰੂਪੀ ਪਟੋਲਾ, ਸਿਫਤ ਸਲਾਹ ਰੂਪੀ ਪਟੋਲਾ। ਉਸ ਸਿਫਤ ਸਲਾਹ ਰੂਪੀ ਬਖਸ਼ਿਸ਼ ਨਾਲ ਇਹਦੀ ਕੂੜ ਦੀ ਕੰਧ ਟੁੱਟਦੀ ਹੈ। ਕੂੜ ਦੀ ਕੰਧ ਤੋੜਨ ਦਾ ਉਹੀ ਢੰਗ ਹੈ, ਹੋਰ ਕੋਈ ਢੰਗ ਨਹੀਂ। ਉਹਦੀ ਕਿਰਪਾ ਦ੍ਰਿਸ਼ਟੀ ਨਾਲ ਕੂੜ ਦੀ ਪਾਲ ਤੋਂ, ਕੂੜ ਦੀ ਕੰਧ ਤੋਂ ਇਹਦੀ ਖਲਾਸੀ ਹੁੰਦੀ ਹੈ। ਔਰ ਇਹਦੇ ਨਾਲ, ਇਸ ਤਰੀਕੇ ਨਾਲ ਹੀ ਇਹਨੂੰ ਰੱਬੀ ਦਰਬਾਰ ਜਿਹੜਾ ਦਰ ਪ੍ਰਾਪਤ ਹੁੰਦਾ ਹੈ। ਇੱਥੇ ਕਰਕੇ ਗੁਰੂ ਪਾਤਸ਼ਾਹ ਵੀ ਕਹਿੰਦੇ ਆ ਵੀ ਦੇਖੋ, ਬੜੀ ਸਪਸ਼ਟ ਜੀ ਗੱਲ ਹੈ ਵੀ ਦਾਨ ਪੁੰਨ ਕਰਨ ਨਾਲ, ਮਾਇਕ ਭੇਟਾ ਕਰਨ ਨਾਲ ਜੀਵ ਦੀ ਪ੍ਰਮਾਤਮਾ ਨਾਲ ਵਿੱਥ ਨਹੀਂ ਮਿਟ ਸਕਦੀ, ਕਿਉਂਕਿ ਦਾਤਾਂ ਸਾਰੀਆਂ ਪ੍ਰਭੂ ਦੀਆਂ ਦਿੱਤੀਆਂ ਹੋਈਆਂ ਨੇ। ਉਹ ਪ੍ਰਭੂ ਨੂੰ ਗੱਲਾਂ ਨਾਲ, ਫੂਕੀਆਂ ਗੱਲਾਂ ਨਾਲ ਵੀ ਨਹੀਂ ਰਚਾਇਆ ਜਾ ਸਕਦਾ। ਪ੍ਰਭੂ ਨੂੰ ਰਚਾਉਣ ਦੇ ਲਈ ਉਹਦੀ ਆਪਣੀ ਬੋਲੀ ਵਿੱਚ ਹੀ ਗੱਲ ਕਰਨੀ ਪੈਂਦੀ ਹੈ। ਉਹਦੀ ਬੋਲੀ ਹੈ ਪ੍ਰੇਮ। ਜਦ ਤੱਕ ਪ੍ਰੇਮ ਸਾਡੀ ਜ਼ਿੰਦਗੀ ਦਾ ਆਧਾਰ ਨਹੀਂ ਬਣਦਾ, ਸਾਡੇ ਜੀਵਨ ਵਿੱਚ ਉਹ ਗੁਣ ਨਹੀਂ ਆਉਂਦੇ। ਹੁਣ ਗੱਲ ਇਹ ਹੋ ਗਈ ਵੀ ਫਿਰ ਇਹ ਗੱਲ ਆਵੇ ਕਿਵੇਂ? ਜਿਹੜੇ ਗੁਣ ਮੂਲ ਮੰਤਰ ਵਿੱਚ ਪਰਮੇਸ਼ਰ ਦੇ ਦੱਸੇ ਹਨ, ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੀ ਹੁਕਮੀ ਬੰਦਾ ਬਣਨਾ ਹੈ। ਹੁਕਮੀ ਬੰਦਾ ਹੋਰ ਕੀ ਹੈ? ਵੀ ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ। ਜਿਹੋ ਜਿਹੇ ਉਹਦੇ ਸੁਭਾਅ ਹੈ, ਉਹਦਾ ਸੁਭਾਅ ਆਪਣਾ ਬਣਾਉਣਾ। ਮਿੱਠ ਬੋਲੜਾ ਹੈ, ਸਾਡਾ ਸੁਭਾਅ ਮਿੱਠ ਬੋਲੜਾ ਬਣਨਾ। ਉਹ ਨਿਰਭਉ ਹੈ, ਅਸੀਂ ਨਿਰਭਉ ਹੋ ਕੇ ਗੱਲ ਕਰੀਏ। ਇਹ ਗੱਲ ਕਹੀਏ, ਨਿਰਭਉ ਸੰਗ ਤੁਮਾਰੇ ਬਸਤਾ ਡਰਨ ਕਹਾਂ ਤੇ ਆਇਆ। ਉਹ ਨਿਰਵੈਰ ਹੈ ਤੇ ਸਭ ਕੋ ਉਮੀਦ ਹਮ ਆਪਨ ਕੀਨਾ ਵਾਲੀ ਬਿਰਤੀ ਸਾਡੀ ਬਣੇ। ਇਹ ਗੁਣ ਹਨ ਪਰਮੇਸ਼ਰ ਦੇ। ਇਹ ਹੈ ਹੁਕਮ ਵਿੱਚ ਤੁਰਨ ਦੀ ਗੱਲ। ਜਿਹੜੇ ਗੁਣ ਪਰਮੇਸ਼ਰ ਦੇ ਹਨ, ਉਹਨਾਂ ਗੁਣਾਂ ਨੂੰ ਧਾਰਨ ਕਰਨਾ ਹੀ ਹੁਕਮ ਵਿੱਚ ਚੱਲਣਾ ਹੈ। ਹੋਰ ਹੁਕਮ ਵਿੱਚ ਚੱਲਣ ਦੀ ਹੋਰ ਕੋਈ ਪਰਿਭਾਸ਼ਾ ਨਹੀਂ ਹੈ। ਤੇ ਸਚਿਆਰ ਕੀ ਹੁੰਦਾ ਹੈ? ਜਦੋਂ ਅਸੀਂ ਆਪਣੇ ਮਨ ਦੇ ਵਿੱਚੋਂ ਪੂਰੀ ਤਰ੍ਹਾਂ ਉਹਦੀ ਵਿੱਥ ਨੂੰ ਦੂਰ ਕਰ ਲਈਏ, ਔਰ ਆਤਮਾ ਪਰਮ ਆਤਮਾ ਦੇ ਨਾਲ ਅਭੇਦ ਹੁੰਦੀ ਹੈ, ਉਹਨੂੰ ਅਸੀਂ ਸਚਿਆਰ ਕਹਿ ਦਿੰਦੇ ਹਾਂ। ਕਿਉਂਕਿ ਸੱਚ ਉਹ ਸੱਚਾ ਹੈ, ਸੱਚੇ ਨਾਲ ਮਿਲ ਜਾਣਾ ਹੀ ਸਚਿਆਰ ਹੋਣਾ ਹੈ। ਤਾਂ ਉਹਦੇ ਲਈ ਫਿਰ ਬੋਲੀ ਪ੍ਰੇਮ ਦੀ ਹੈ। ਉਹ ਪ੍ਰੇਮ ਦੀ ਬੋਲੀ ਦੇ ਨਾਲ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਯਾਦ ਵਿੱਚ ਜੁੜਦੇ ਆ, ਤੇ ਸਤਿਗੁਰੂ ਬਖਸ਼ਿਸ਼ ਰੂਪੀ ਪਟੋਲਾ ਬਖਸ਼ਿਸ਼ ਕਰਦਾ ਹੈ, ਜਿਹਨੂੰ ਕਰਮੀ ਆਵੇ ਕੱਪੜਾ ਦਾ ਜ਼ਿਕਰ ਇੱਥੇ ਕੀਤਾ ਗਿਆ, ਜਿਹਦੀ ਬਰਕਤ ਨਾਲ ਹਰ ਥਾਂ ਤੇ ਵਸਦਾ ਹੋਇਆ ਪ੍ਰਮਾਤਮਾ ਜਿਹੜਾ ਹੈ ਉਹ ਫਿਰ ਨਜ਼ਰ ਆਉਂਦਾ। ਤੋ ਇੱਥੇ ਜਿਹੜਾ ਕਰਮੀ ਆਵੇ ਕੱਪੜਾ, ਕੁਝ ਵਿਦਵਾਨਾਂ ਨੇ ਇਹਦੇ ਅਰਥ ਬਹੁਤ ਜਿਹੜੇ ਕੀਤੇ ਹਨ, ਹੋਰ ਢੰਗ ਨਾਲ ਵੀ ਕੀਤੇ ਹਨ ਕਿ ਕਰਮਾਂ ਦੇ ਨਾਲ ਸਾਨੂੰ ਸਰੀਰ ਰੂਪੀ ਕੱਪੜਾ ਮਿਲਦਾ ਹੈ। ਉਹ 'ਚ ਕੱਪੜ ਰੂਪ ਸੁਹਾਵਨਾ ਛੜ ਦੁਨੀਆ ਅੰਦਰ ਜਾਵਨਾ ਦੀਆਂ ਉਦਾਹਰਨਾਂ ਜਾਂ ਪ੍ਰਮਾਣ ਵੀ ਗੁਰਬਾਣੀ ਦੇ ਦਿੱਤੇ ਹਨ। ਪਰ ਨਹੀਂ, ਕਿਉਂਕਿ ਇਸ ਦਾ ਮਜਮੂਨ ਤੇ ਇਹਦੇ ਪ੍ਰਕਰਨ ਅਨੁਸਾਰ ਚੱਲ ਰਹੇ ਜਪ ਬਾਣੀ ਦੇ ਪ੍ਰਕਰਨ ਅਨੁਸਾਰ ਜੋ ਚੱਲ ਰਿਹਾ ਹੈ, ਜੋ ਮਜਮੂਨ ਚੱਲ ਰਿਹਾ ਹੈ, ਉੱਥੇ ਕਰਮਾ ਰੂਪੀ ਕੱਪੜਾ ਅਰਥ ਨਹੀਂ ਬਣ ਸਕਦੇ। ਇਹ ਤਾਂ ਪ੍ਰੇਮ ਪਟੋਲਾ ਹੈ। ਢੱਕਣ ਦੁਖੋ ਪਤ ਮੇਰੀ ਹੈ। ਜਿਵੇਂ ਅਸੀਂ ਕੱਪੜੇ ਦੇ ਨਾਲ ਆਪਣੇ ਸਰੀਰ ਢੱਕਦੇ ਹਾਂ, ਇਸ ਤਰ੍ਹਾਂ ਬਖਸ਼ਿਸ਼ ਰੂਪੀ ਨਦਰ ਕਰਮ ਰੂਪੀ ਕੱਪੜੇ ਦੇ ਨਾਲ, ਪਟੋਲੇ ਦੇ ਨਾਲ ਉਸ ਵਾਹਿਗੁਰੂ ਦੇ ਦਰ ਤੇ ਸਾਡੀ ਪੱਤ ਬਣਦੀ ਹੈ, ਔਰ ਵਾਹਿਗੁਰੂ ਦੇ ਘਰ ਸਾਨੂੰ ਮਾਨ ਪ੍ਰਾਪਤ ਹੁੰਦਾ ਹੈ। ਇੱਥੇ ਜਿਹੜੇ ਅਰਥ ਭਾਵ ਜਿਹੜੇ ਹਨ, ਕਰਮੀ ਆਵੇ ਕੱਪੜੇ ਦੇ, ਇਹ ਬਖਸ਼ਿਸ਼ ਰੂਪੀ ਪਟੋਲਾ, ਉਹਦੀ ਨਦਰ ਕਰਮ ਦਾ ਜ਼ਿਕਰ ਜਿਹੜਾ ਗੁਰੂ ਪਾਤਸ਼ਾਹ ਨੇ ਕੀਤਾ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।